ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਰਵਰ ਗੁਗਾ ਆਦਿਜ ਪੀਰ, ਦਿਜ ਦਿਜਨੀ ਸੇਵੈ ਹੋਏ ਪੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋਗੋ ਜੋਗਾ ਟਲ ਆਦਿ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸਭਾਏਮਾਨ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਨੌਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰਦੇਵ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਸਜੇ ਹੋਏ ਪੰਚਮੀ ਦੇ ਇਹਨਾਂ ਵਿਸ਼ੇਸ਼ ਗੁਰਮਤਿ ਸਮਾਗਮਾਂ ਵਿੱਚ ਆਪਾਂ ਸਾਰਿਆਂ ਨੂੰ ਹਾਜ਼ਰੀ ਭਰਨ ਦਾ ਸਤਿਗੁਰਾਂ ਨੇ ਅਵਸਰ ਪ੍ਰਦਾਨ ਕੀਤਾ। ਕਈ ਮਹੀਨਿਆਂ ਬਾਅਦ ਅੱਜ ਦੀਵਾਨ ਹਾਲ ਵਿੱਚ ਦੀਵਾਨ ਸਜੇ ਨੇ। ਅੰਮ੍ਰਿਤ ਵੇਲੇ ਤੋਂ ਰਾਗੀ ਸਿੰਘਾਂ ਨੇ, ਢਾਡੀ ਸਿੰਘਾਂ ਨੇ, ਕਵੀਸ਼ਰ ਸਿੰਘਾਂ ਨੇ, ਗੁਰੂ ਕੇ ਪ੍ਰਚਾਰਕ ਸਿੰਘਾਂ ਨੇ ਸਤਿਗੁਰਾਂ ਦਾ ਜਸ, ਮਹਾਰਾਜ ਜੀ ਦੀ ਪਾਵਨ ਕਥਾ, ਸਤਿਗੁਰਾਂ ਦਾ ਇਤਿਹਾਸ, ਗੁਰੂ ਕੇ ਸੋਹਿਲੇ ਗਾਇਨ ਕੀਤੇ ਹਨ। ਅੱਜ ਬਾਜਾਂ ਵਾਲੇ ਚੋਜੀ ਪ੍ਰੀਤਮ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਦਿਹਾੜਾ ਹੈ। ਵੈਸੇ ਸਤਿਗੁਰੂ ਜੀ ਤਾਂ ਹਾਜ਼ਰ ਨੇ ਅੱਜ ਵੀ ਵਰਤਮਾਨ ਦੇ ਸਮੇਂ 'ਚ, ਪਰ ਇਤਿਹਾਸਕ ਘਟਨਾ ਹੈ ਉਹ ਸਾਂਝੀ ਕਰਨੀ ਅਤੀ ਅਵਸ਼ਕ ਹੈ। ਪੈਂਦੇ ਖਾਂ ਦੇ ਪੋਤਰੇ ਗੋਲ ਖਾਂ ਤੇ ਅਤੌਲਾ ਖਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਕਟਾਰ ਦਾ ਵਾਰ ਕੀਤਾ। ਗੁਰਦੇਵ ਨੇ ਤਲਵਾਰ ਦਾ ਵਾਰ ਕਰਕੇ ਗੋਲ ਖਾਂ ਦਾ ਸਿਰ ਵੱਢ ਦਿੱਤਾ। ਅਤੌਲਾ ਖਾਂ ਨੂੰ ਭਾਈ ਲੱਖਾ ਸਿੰਘ ਨੇ ਝਟਕਾ ਦਿੱਤਾ। ਗੁਰਦੇਵ ਦਾ ਜ਼ਖਮ ਬਹੁਤ ਗਹਿਰਾ ਸੀ। ਜਰਾ ਆ ਕੇ ਉਸ ਜ਼ਖਮ ਨੂੰ ਸੀ ਰਹੇ ਨੇ। ਕੁਝ ਦਿਨ ਬੀਤੇ ਨੇ, ਸਤਿਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ। ਬਹਾਦਰ ਸ਼ਾਹ ਦੇ ਕੁਝ ਅਹਿਲਕਾਰ ਸਤਿਗੁਰਾਂ ਦੀ ਖਬਰ ਲੈਣ ਲਈ ਆਏ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਾਨਮੁਖ ਦੋ ਕਮਾਨਾਂ ਪਈਆਂ ਸਨ, ਬੜੀਆਂ ਮਜ਼ਬੂਤ। ਵੇਖ ਕੇ ਦੋਵੇਂ ਅਹਿਲਕਾਰ ਆਪਸ 'ਚ ਗੱਲਾਂ ਕਰਦੇ ਨੇ, ਇਹੋ ਜਿਹੀ ਕਮਾਨ ਭਲਾ ਕੌਣ ਚਲਾ ਸਕਦਾ ਹੈ। ਤਾਂ ਉਸ ਵਕਤ ਆਪੋ 'ਚ ਹੀ ਗੱਲਾਂ ਕਰਦਿਆਂ ਕਹਿਣ ਲੱਗੇ, ਇਹ ਗੁਰੂ ਪੀਰ ਹੁੰਦੇ ਐ, ਏਦਾਂ ਦੀਆਂ ਕਮਾਨਾਂ ਅਕਸਰ ਆਪਣੇ ਸਾਹਮਣੇ ਰੱਖ ਛੱਡਦੇ ਆ ਲੋਕਾਂ ਤੇ ਪ੍ਰਭਾਵ ਪਾਉਣ ਲਈ। ਕਲਗੀਧਰ ਜੀ ਨੇ ਸੁਣਿਆ, ਜਾਣਿਆ, ਅੰਤਰਯਾਮੀ ਨੇ, ਜਾਣਦੇ ਨੇ ਜੋ ਗੱਲਾਂ ਕਰਦੇ ਨੇ। ਗਰੀਬ ਨਵਾਜ ਪਾਤਸ਼ਾਹ ਨੇ ਜਾਣਿਆ ਕਿ ਇਹਨਾਂ ਨੇ ਜਾਪਦਾ ਚਮਕੌਰ ਦਾ ਜੰਗ ਨਹੀਂ ਵੇਖਿਆ। ਉੱਥੇ ਇਸ ਕਮਾਨ ਚੋਂ ਨਿਕਲੇ ਤੀਰ ਕਿਵੇਂ ਦਸਾਂ ਦਸਾਂ ਦੀਆਂ ਛਾਤੀਆਂ ਨੂੰ ਵਿੰਨ ਕੇ ਪਾਰ ਨਿਕਲਦੇ ਰਹੇ ਨੇ, ਇਹਨਾਂ ਨਹੀਂ ਤੱਕਿਆ। ਪਰ ਸ਼ੰਕਾ ਕੀਤਾ ਇਹਨਾਂ ਨੇ ਮਨ 'ਚ ਗੁਰੂ ਘਰ ਆ ਕੇ, ਤੇ ਜੇ ਇਹਨਾਂ ਦਾ ਸ਼ੰਕਾ ਨਿਵਾਰਨ ਨਾ ਹੋਇਆ ਤਾਂ ਗੱਲ ਨਹੀਂ ਬਣਨੀ। ਦੋਵੇਂ ਕਮਾਨਾਂ ਚੁੱਕੀਆਂ, ਕਿੱਥੇ ਇੱਕ ਚੁੱਕਣੀ ਔਖੀ ਸੀ ਕਹਿੰਦੇ। ਦੋਵੇਂ ਕਮਾਨਾਂ ਚੁੱਕ ਕੇ ਦੋਹਾਂ ਦੀਆਂ ਤੰਦੀਆਂ ਕੰਨਾਂ ਤੱਕ ਖਿੱਚੀਆਂ। 4-5 ਵਾਰੀ ਉਹਦੇ ਬਾਲੇ ਕੱਢੇ, ਉੱਤੇ ਥੱਲੇ ਕਰਕੇ ਤੰਦੀਆਂ ਖਿੱਚ ਕੇ। ਜ਼ਖਮ ਹਲੇ ਕੱਚਾ ਸੀ, ਉਹ ਦੁਬਾਰਾ ਪਾਟ ਗਿਆ। ਗਰੀਬ ਨਵਾਜ ਪਾਤਸ਼ਾਹ ਨੇ ਕਹਿ ਦਿੱਤਾ, ਸੰਗਤ ਜੀ ਹੁਣ ਅਸੀਂ ਸੱਚਖੰਡ ਜਾਣ ਦੀ ਤਿਆਰੀ ਕਰ ਲਈ। ਗੁਰਦੁਆਰਾ ਗੋਬਿੰਦ ਬਾਗ ਤੋਂ ਚੰਦਨ ਦੀ ਲੱਕੜ ਲਿਆ ਕੇ ਤਖਤ ਸਾਹਿਬ ਵਾਲੀ ਜਗ੍ਹਾ ਤੇ ਅੰਗੀਠਾ ਰਚਿਆ ਗਿਆ, ਕਨਾਤਾਂ ਤਾਣ ਦਿੱਤੀਆਂ ਚਾਰੇ ਪਾਸੇ।
ਗੁਰਦੇਵ ਨੇ ਆਪਣੀ ਕਲਾ ਵਰਤਾਈ ਹੈ। ਇੱਕ ਦਿਨ ਪਹਿਲਾਂ, ਜਿਹੜਾ ਕੱਲ ਲੰਘ ਕੇ ਗਿਆ ਦਿਨ, ਗੁਰਦੇਵ ਨੇ ਲੰਗਰ ਲਾਏ, ਕਈ ਤਰ੍ਹਾਂ ਦੇ ਪਕਵਾਨ ਬਣਾ ਕੇ ਸਾਰੇ ਸ਼ਹਿਰ ਨੂੰ ਭੋਜਨ ਛਕਾਇਆ। ਰਾਤ ਹਰੀ ਜਸ ਹੁੰਦਾ ਰਿਹਾ। ਅੱਜ ਅੰਮ੍ਰਿਤ ਵੇਲੇ ਸਿੰਘਾਂ ਦੇ ਵੇਖਦਿਆਂ ਵੇਖਦਿਆਂ ਤੰਬੂ ਵੱਲ ਗਏ ਨੇ ਸ਼ਸਤਰਾਂ ਅਸਤਰਾਂ ਦੇ ਸਹਿਤ। ਵੇਖਦਿਆਂ ਵੇਖਦਿਆਂ ਹੀ ਅੰਗੀਠੇ ਵਿੱਚੋਂ ਅਗਨ ਪ੍ਰਜਵਲਿਤ ਹੋਈ ਹੈ। ਯੋਗਾ ਅਗਨੀ ਕਹਿੰਦੇ ਹਨ ਉਸ ਨੂੰ। ਔਰ ਅੰਗੀਠਾ ਬਲ ਗਿਆ ਬਾਹਰ। ਸਿੰਘ ਬੜੇ ਵਿਰਾਗ ਵਿੱਚ ਨੇ। ਤਵੇਲੇ ਵਿੱਚੋਂ ਸੇਵਾਦਾਰ ਭੱਜਿਆ ਆਇਆ, ਕਹਿਣ ਲੱਗਾ, ਜੀ ਗੁਰੂ ਸਾਹਿਬ ਦਾ ਘੋੜਾ ਤਬੇਲੇ ਵਿੱਚ ਨਹੀਂ, ਅਚਾਨਕ ਪਤਾ ਨਹੀਂ ਅਲੋਪ ਹੋ ਗਿਆ। ਮੀਰ ਸ਼ਿਕਾਰੀ ਕਹਿਣ ਲੱਗਾ, ਗੁਰੂ ਸਾਹਿਬ ਦਾ ਬਾਜ ਵੀ ਨਹੀਂ ਹੈ ਆਪਣੇ ਅੱਡੇ ਤੇ। ਸਿੰਘ ਸਮਝ ਗਏ ਕਿ ਗੁਰਦੇਵ ਜੀ ਨੇ ਹੁਕਮ ਵਰਤਾਇਆ। ਸਾਹਿਬ ਜੀ ਅੱਜ ਵੀ ਹਾਜ਼ਰ ਨੇ। ਜੰਗਲ ਵਿੱਚ ਇੱਕ ਸੇਵਕ ਨੂੰ ਲੱਕੜਾਂ ਇਕੱਠੇ ਕਰਦੇ ਨੂੰ ਦਰਸ਼ਨ ਦਿਦਾਰੇ ਦਿੱਤੇ। ਆਖਿਆ, ਜਾ ਕੇ ਸਿੰਘਾਂ ਨੂੰ ਕਹੋ ਅਸੀਂ ਕਿਤੇ ਨਹੀਂ ਗਏ, ਪਰ ਹੁਣ ਸਾਡੇ ਦਰਸ਼ਨ ਕੇਵਲ ਉਹਨਾਂ ਨੂੰ ਹੋਣਗੇ ਜਿਨ੍ਹਾਂ ਅੰਦਰ ਭਾਵਨਾ ਹੋਵੇਗੀ। ਇਸ ਕਰਕੇ ਕਲਗੀਧਰ ਪਾਤਸ਼ਾਹ ਅੱਜ ਵੀ ਹਾਜ਼ਰ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ, ਗੁਰੂ ਖਾਲਸੇ ਪੰਥ ਦੇ ਰੂਪ ਵਿੱਚ। ਮਹਾਰਾਜ ਜੀ ਦੇ ਇਸ ਪਾਵਨ ਪੁਰਬ ਤੇ, ਜੋਤੀ ਜੋਤ ਦਿਵਸ ਦਿਹਾੜੇ ਤੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਬਾਰੰਬਾਰ ਨਮਸਕਾਰ ਹੈ। ਬਹੁਤ ਸਾਲ ਬੀਤ ਜਾਣ ਤੱਕ ਮਹਾਰਾਜ ਜੀ ਦਾ ਉੱਥੇ ਅਸਥਾਨ ਨਹੀਂ ਬਣ ਸਕਿਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੀ ਫੌਜ ਪੰਜਾਬ ਤੋਂ ਭੇਜ ਕੇ ਤਖਤ ਸਾਹਿਬ ਦੀ ਸੇਵਾ ਕਰਵਾਈ। ਮਹਾਰਾਜ ਜੀ ਦੇ ਸੋਹਣੇ ਦਰਬਾਰ ਬਣਾਏ। ਉਹ ਸਿੰਘ ਜਿਹੜੇ ਗਏ ਸਨ ਇਹੋ ਜਿਹੇ ਭਾਵਨਾ ਵਾਲੇ, ਉਹਨਾਂ ਨੂੰ ਵਾਪਸ ਜਦੋਂ ਪੰਜਾਬ ਸੱਦਣ ਨੂੰ ਸੁਨੇਹਾ ਭੇਜਿਆ, ਕਹਿੰਦੇ ਨਹੀਂ, ਹੁਣ ਤਾਂ ਅਸੀਂ ਕਲਗੀਧਰ ਦੇ ਚਰਨਾਂ 'ਚ ਮਹਾਰਾਜ ਜੀ ਦੀ ਸੇਵਾ ਕਰਦਿਆਂ ਜ਼ਿੰਦਗੀ ਬਤੀਤ ਕਰਾਂਗੇ। ਹਜ਼ੂਰ ਸਾਹਿਬ ਦੇ ਜਿਹੜੇ ਸਿੰਘ ਨੇ ਉਹ ਪੰਜਾਬ ਤੋਂ ਹੀ ਉਹਨਾਂ ਦਾ ਪਿਛੋਕੜ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਗਈਆਂ ਫੌਜਾਂ ਸਨ, ਉਹਨਾਂ ਦੇ ਅੱਗੋਂ ਬੱਚੇ, ਅੱਗੇ ਪਰਿਵਾਰ ਜਿਹੜੇ ਨੇ ਉਹ ਹਜ਼ੂਰੀ ਸਿੰਘ ਹੁਣ ਸਦਾਉਂਦੇ ਨੇ। ਹਜ਼ੂਰੀ ਸਾਥੀ ਨਾਮਕ ਇੱਕ ਪੁਸਤਕ ਅਕਾਲੀ ਕੌਰ ਸਿੰਘ ਜੀ, ਨਿਹੰਗ ਸਿੰਘ ਜੀ ਨੇ ਲਿਖੀ ਹੈ। ਹੁਣ ਆਮ ਕਰਕੇ ਪ੍ਰਚਲਿਤ ਨਹੀਂ ਹੈ। ਪੁਰਾਤਨ ਸਮੇਂ ਵਿੱਚ ਕਿਹੜੇ ਕਿਹੜੇ ਗੁਰੂ ਸਾਹਿਬ ਦੇ ਹਜ਼ੂਰੀ ਸਿੰਘ ਸਨ, ਕਿਵੇਂ ਕਿਵੇਂ ਹਜ਼ੂਰ ਸਾਹਿਬ ਦੀ ਸਾਰੀ ਸੇਵਾ ਸੰਭਾਲ ਹੋਈ ਹੈ, ਉਹਦੇ 'ਚ ਅਕਾਲੀ ਕੌਰ ਸਿੰਘ ਜੀ ਨੇ ਬੜੇ ਵਿਸਥਾਰ ਨਾਲ ਲਿਖਿਆ। ਕਿਸੇ ਨੂੰ ਪੜ੍ਹਨ ਦਾ ਸ਼ੌਂਕ ਹੋਵੇ ਉਹ ਕਿਤੋਂ ਮਿਲ ਜਾਵੇ, ਨੈਟ ਤੇ ਹੀ ਸ਼ਾਇਦ ਮਿਲ ਜਾਵੇ, ਕਿਸੇ ਨੇ ਪਾਈ ਹੋਵੇ, ਉਹ ਪੜ੍ਹ ਸਕਦੇ ਹੋ। ਲੜੀਵਾਰ ਕਥਾ ਮਹਾਰਾਜ ਜੀ ਦੇ ਪਾਵਨ ਇਤਿਹਾਸ ਦੀ ਆਪ ਜੀ ਸਰਵਣ ਕਰ ਰਹੇ। ਖਾਲਸੇ ਨੂੰ ਪਾਤਸ਼ਾਹ ਜੀ ਰਹਿਣੀ ਬਹਿਣੀ ਦੱਸ ਰਹੇ ਨੇ। ਆਖਿਆ, ਖਾਲਸਾ ਜੀ, ਜਿਹੜਾ ਰਹਿਣੀ ਵਿੱਚ ਰਹੇਗਾ ਉਹ ਮੇਰਾ ਸਾਹਿਬ ਹੈ, ਉਹ ਮੇਰਾ ਸਰਤਾਜ ਹੈ। ਰਹਿਣੀ ਵੀ ਦੱਸੀ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਨਾ, ਨਿਤਨੇਮ ਕਰਨਾ, ਜਪਜੀ ਜਾਪ ਆਦਿਕ ਬਾਣੀਆਂ ਪੜ੍ਹਨੀਆਂ। ਇਹ ਪਾਵਨ ਬਚਨ ਗੁਰੂ ਕਲਗੀਧਰ ਪਾਤਸ਼ਾਹ ਜੀ ਸਿੰਘਾਂ ਨਾਲ ਕਰ ਰਹੇ ਨੇ। ਭੇਖੀ ਵੀ ਬੜੇ ਨੇ ਜਿਹੜੇ ਭੇਖ ਧਾਰਨ ਕਰਕੇ ਸਿੱਖਾਂ ਵਿੱਚ ਕੇਵਲ ਇਸ ਲਈ ਸ਼ਾਮਲ ਹੋਏ ਰੋਜੀ ਰੋਟੀ ਵਾਸਤੇ। ਜਦੋਂ ਸਿੱਖ ਰਿਆਸਤਾਂ ਦਾ ਰਾਜ ਹੋਇਆ ਉਸ ਵੇਲੇ ਬੜੇ ਭੇਖੀ ਕੇਸ ਧਾਰਨ ਕਰਕੇ ਖਾਲਸੇ ਦੇ ਕੋਲ ਆਏ ਨੌਕਰੀਆਂ ਕਰਨ। ਮਹਾਰਾਜ ਜੀ ਨੇ ਉਹ ਵੀ ਬਚਨ ਕਹਿ ਦਿੱਤੇ ਸਨ ਪਹਿਲਾਂ ਵੀ, ਇਹਨਾਂ ਤੋਂ ਸੁਚੇਤ ਰਹੋ, ਸਾਵਧਾਨ ਰਹੋ, ਤੁਹਾਡਾ ਨੁਕਸਾਨ ਕਰਨਗੇ। ਬਹੁਤ ਸਾਰੇ ਬ੍ਰਾਹਮਣ ਕੇਵਲ ਇਸੇ ਕਰਕੇ ਕੇਸ ਧਾਰ ਕੇ ਪੰਥ ਵਿੱਚ ਆਏ ਕਿ ਸਾਡਾ ਤੋਰੀ ਫੁਲਕਾ ਚੱਲਦਾ ਰਹੇ। ਮਹਾਰਾਜ ਜੀ ਨੇ ਉਹਨਾਂ ਤੋਂ ਵੀ ਸੁਚੇਤ ਕੀਤਾ। ਆਓ ਮਨ ਬਿਰਤੀਆਂ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਨਾਲ ਜੋੜੀਏ। ਗੁਰਦੇਵ ਦੇ ਪਾਵਨ ਅੰਮ੍ਰਿਤ ਬਚਨ ਜੋ ਸਤਿਗੁਰੂ ਜੀ ਆਪਣੇ ਖਾਲਸੇ ਨੂੰ ਕਹਿ ਰਹੇ ਨੇ, ਭਾਵੇਂ ਕਿ ਉਸ ਵੇਲੇ ਬਚਨ ਮਹਾਰਾਜ ਜੀ ਨੇ ਸਿੰਘਾਂ ਨੂੰ ਕਹੇ ਨੇ, ਪਰ ਅੱਜ ਦੇ ਸਮੇਂ ਵਿੱਚ ਵੀ ਸਾਡੇ ਲਈ ਹਨ। ਆਉਣ ਵਾਲੇ ਸਮੇਂ ਵਿੱਚ ਵੀ ਜਿਤਨੇ ਸਿੰਘ ਹੋਣਗੇ, ਜਿਤਨਾ ਪੰਥ ਹੋਵੇਗਾ, ਉਦੋਂ ਵੀ ਸਤਿਗੁਰਾਂ ਦੇ ਇਹ ਪਾਵਨ ਬਚਨ ਉਹਨਾਂ ਸਿੰਘਾਂ ਲਈ ਰਹਿਣਗੇ।
ਆਓ ਕਲਗੀਆਂ ਵਾਲੇ ਪਾਤਸ਼ਾਹ ਚੋਜੀ ਪ੍ਰੀਤਮ ਸਾਹਿਬੇ ਕਮਾਲ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਇਆਨੰਦ ਸੁਆਮੀ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਰਵਰ ਗੁੱਗਾ ਆਦਿਜ ਪੀਰ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਅੱਜ ਪੰਚਮੀ ਹੈ। ਕੱਤਕ ਸੁਦੀ ਪੰਚਮੀ ਨੂੰ ਸਾਹਿਬ ਜੀ ਸੱਚਖੰਡ ਗਏ। ਦੇਵਨੇਤ ਵੇਖੋ ਸਬਬ ਬਣਿਆ ਜਾਂ ਮੇਰੇ ਸਤਿਗੁਰਾਂ ਦੀ ਆਪਣੀ ਲੀਲਾ ਹੈ। ਪਿਤਾ ਜੀ ਨੇ ਸ਼ਹੀਦੀ ਪਾਈ, ਉਹ ਦਿਨ ਵੀ ਪੰਚਮੀ ਦਾ ਦਿਨ ਸੀ, ਮੱਘਰ ਸੁਦੀ ਪੰਚਮੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਆਪ ਵੀ ਮੇਰੇ ਸਾਹਿਬ ਪੰਚਮੀ ਵਾਲੇ ਦਿਨ ਹੀ ਗੁਰਦੇਵ ਨੇ ਸ਼ਹਾਦਤ ਪ੍ਰਾਪਤ ਕੀਤੀ। ਕਲਗੀਧਰ ਪਾਤਸ਼ਾਹ ਦੀ ਸ਼ਹਾਦਤ ਹੀ ਹੋਈ ਹੈ ਕਿਉਂਕਿ ਸਰੀਰ ਤੇ ਸ਼ਸਤਰ ਵੱਜਾ ਹੈ ਤੇ ਗੁਰਦੇਵ ਨੇ ਤਾਂ ਮੰਗੇ ਹੀ ਇਹ ਸੀ, ਜਬ ਆਵ ਕੀ ਔਦ ਨਿਦਾਨ ਬਣਿਆ ਤੇ ਹੀਰਨ ਮੈਂ ਤਬ ਜੂਝ ਮਰ। ਉਹ ਮੰਗ ਮਹਾਰਾਜ ਜੀ ਦੀ ਪ੍ਰਵਾਨ ਹੋਈ ਅਕਾਲ ਪੁਰਖ ਦੇ ਚਰਨਾਂ 'ਚ। ਕਲਗੀਧਰ ਪਾਤਸ਼ਾਹ ਜੀ ਹੁਕਮ ਕਰਦੇ ਹਨ, ਦੁਬਾਰਾ ਪੜ੍ਹੀਏ ਜੀ। ਸਰਵਰ ਗੁੱਗਾ ਆਦਿਜ ਪੀਰ। ਮਹਾਰਾਜ ਜੀ ਕਹਿੰਦੇ ਜਿਹੜਾ ਮੇਰਾ ਸਿੱਖ ਹੈ ਉਹ ਨਾ ਸਰਵਰ ਨੂੰ ਮੰਨੇਗਾ, ਨਾ ਗੂਗੇ ਨੂੰ, ਨਾ ਕਿਸੇ ਹੋਰ ਪੀਰ ਨੂੰ। ਕਿਉਂਕਿ ਪੀਰਾਂ ਦੀਆਂ ਕਈ ਕੈਟਾਗਰੀਆਂ ਹੁੰਦੀਆਂ, ਤੁਸੀਂ ਵੇਖਦੇ ਹੋ ਵਿਚਰ ਕੇ। ਕਿਤੇ ਲਾਲਾਂ ਵਾਲਾ ਪੀਰ ਹੈ, ਕਿਤੇ ਜਾਹਰ ਪੀਰ ਹੈ, ਕਿਤੇ ਲਖਦਾਤਾ ਪੀਰ ਹੈ, ਕਿਤੇ 9 ਗਜਾ ਪੀਰ ਹੈ, ਕਿਤੇ ਸਰਵਰ ਹੈ, ਕਿਤੇ ਗੂਗਾ ਹੈ। ਮਹਾਰਾਜ ਜੀ ਕਹਿੰਦੇ ਮੇਰਾ ਸਿੱਖ ਨਾ ਗੂਗੇ ਨੂੰ ਪੂਜਦਾ, ਮੇਰਾ ਸਿੱਖ ਨਾ ਕਿਸੇ ਲਾਲਾਂ ਵਾਲੇ ਪੀਰ ਸਰਵਰ ਨੂੰ ਪੂਜਦਾ, ਤੇ ਇਹਦੇ ਤੋਂ ਇਲਾਵਾ ਹੋਰ ਵੀ ਜਿਹੜੇ ਪੀਰ ਨੇ ਨਹੀਂ ਪੂਜਦਾ। ਖਾਲਸਾ ਤਾਂ ਇੱਕੋ ਪੀਰ ਨੂੰ ਪੂਜਦਾ ਤੇ ਉਹ ਹੈ ਗਾਤਰੇ ਚ ਪਾਈ ਸ਼੍ਰੀ ਸਾਹਿਬ। ਕਿਉਂਕਿ ਯਹ ਹਮਾਰੇ ਪੀਰ, ਸਾਡੇ ਪੀਰ ਤਾਂ ਸ਼ਸਤਰ ਨੇ। ਇਸ ਕਰਕੇ ਖਾਲਸਾ ਸ਼ਸਤਰਾਂ ਨੂੰ ਹੀ ਪੀਰ ਜਾਣ ਕੇ ਪੂਜਦਾ। ਇਹਨਾਂ ਤੋਂ ਵੱਡਾ ਪੀਰ ਕਿਹੜਾ ਹੋ ਸਕਦਾ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸ਼ਸਤਰਾਂ ਤੋਂ ਵੱਡਾ ਕੋਈ ਪੀਰ ਹੈ? ਇਹ ਤਾਂ ਵੱਡੇ ਵੱਡੇ ਵਿਗੜਿਆਂ ਪੀਰਾਂ ਨੂੰ ਵੀ ਕਾਬੂ ਕਰ ਲੈਂਦੇ ਆ। ਇਸ ਕਰਕੇ ਖਾਲਸਾ ਤਾਂ ਸ਼ਸਤਰਾਂ ਨੂੰ ਪੀਰ ਜਾਣ ਕੇ ਪੂਜਦਾ, ਹੋਰ ਕਿਸੇ ਦੀ ਨਹੀਂ ਪੂਜਾ ਕਰਦਾ ਖਾਲਸਾ। ਜਾਗਤ ਜੋਤ ਜਪੈ ਨਿਸਬਸ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜਾ ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੈ। ਮਹਾਰਾਜ ਜੀ ਕਹਿੰਦੇ ਜਿਹੜਾ ਮੇਰਾ ਖਾਲਸਾ ਹੈ ਉਹ ਨਾ ਸਰਵਰ ਨੂੰ ਪੂਜੇਗਾ, ਨਾ ਗੂਗੇ ਨੂੰ, ਨਾ ਪੀਰ ਨੂੰ, ਨਾ ਕਿਸੇ ਜੋਗੀ ਨੂੰ, ਨਾ ਕਿਸੇ ਭੂਤ ਨੂੰ। ਕਿਉਂਕਿ ਬਹੁਤੇ ਜੋਗੀਆਂ ਨੂੰ ਵੀ ਸੇਵਦੇ ਨੇ, ਕਈ ਭੂਤਾਂ ਨੂੰ ਹੀ ਸੇਵੀ ਜਾਂਦੇ ਨੇ। ਮਹਾਰਾਜ ਜੀ ਕਹਿੰਦੇ ਮੇਰਾ ਖਾਲਸਾ ਨਾ ਜੋਗੀ ਨੂੰ ਸੇਵਦਾ ਹੈ, ਨਾ ਕਿਸੇ ਭੂਤ ਨੂੰ ਸੇਵਦਾ। ਦਿਜ ਦਿਜਨੀ ਸੇਵਾ ਹੋਏ ਪੀਰ। ਔਰ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਕਾਇਰ ਬ੍ਰਾਹਮਣ ਨੇ ਆਪਣੇ ਧਰਮ ਤੋਂ ਭ੍ਰਸ਼ਟੇ ਹੋਏ, ਜਾਂ ਫਿਰ ਦਿਜਨੀ ਉਹਨਾਂ ਦੀਆਂ ਘਰ ਵਾਲੀਆਂ ਬ੍ਰਾਹਮਣੀਆਂ ਜਿਹੜੀਆਂ ਆਪਣੇ ਧਰਮ ਤੋਂ ਭ੍ਰਸ਼ਟੀਆਂ ਹੋਈਆਂ ਨੇ, ਮੇਰਾ ਸਿੱਖ ਉਹਨਾਂ ਦਾ ਤਿਆਗੀ ਹੋਵੇ। ਇਹੋ ਜਿਹੇ ਬ੍ਰਾਹਮਣਾਂ ਦਾ ਸੰਗ ਨਹੀਂ ਕਰਨਾ। ਤਿਸ ਕੀ ਸੰਗਤ ਸਿੱਖ ਨਾ ਬੈਸੇ। ਇਹੋ ਜਿਹਿਆਂ ਦੀ ਤਾਂ ਸੰਗਤ ਵਿੱਚ ਵੀ ਨਹੀਂ ਬੈਠਣਾ। ਜਿਹੜੇ ਇਹੋ ਜਿਹੇ ਬ੍ਰਾਹਮਣ ਨੇ ਨਾ ਆਪਣੇ ਕਿਰਦਾਰ ਤੋਂ ਡਿੱਗੇ, ਲਾਲਚੀ, ਲੋਭੀ, ਮਹਾਰਾਜ ਜੀ ਕਹਿੰਦੇ ਉਹਨਾਂ ਦੀ ਤਾਂ ਸੰਗਤ ਵਿੱਚ ਵੀ ਨਹੀਂ ਬੈਠਣਾ। ਦੇਨੋ ਦਾਨ ਕਹਾਂ ਫਲ ਹੈ ਸੇ। ਕਹਿੰਦੇ ਉਹਨਾਂ ਦੀ ਤਾਂ ਸੰਗਤ ਵਿੱਚ ਵੀ ਨਹੀਂ ਬੈਠਣਾ, ਤੇ ਫਿਰ ਉਹਨਾਂ ਨੂੰ ਦਿੱਤਾ ਦਾਨ, ਕਹਿੰਦੇ ਉਹਨੇ ਤਾਂ ਕੀ ਫਲ ਦੇਣਾ। ਜਦੋਂ ਉਹਨਾਂ ਦੀ ਸੰਗਤ ਵਿੱਚ ਹੀ ਨਹੀਂ ਬੈਠਣਾ ਤੇ ਫਿਰ ਉਹਨਾਂ ਨੂੰ ਦਿੱਤੇ ਦਾਨ ਦਾ ਕੀ ਲਾਭ ਹੋਣਾ। ਇਸ ਕਰਕੇ ਇਹੋ ਜਿਹੇ ਲੋਭੀਆਂ ਪੰਡਤਾਂ ਨੂੰ, ਜੋਤਸ਼ੀਆਂ ਨੂੰ, ਜਿਨ੍ਹਾਂ ਦੇ ਕੋਲੋਂ ਜਾ ਕੇ ਸਾਡੇ ਸਿੱਖ ਪੱਤਰੀਆਂ ਬਣਾਉਂਦੇ ਆ, ਜਿਨ੍ਹਾਂ ਕੋਲ ਜਾ ਕੇ ਸਾਡੇ ਸਿੱਖ ਆਪਣੇ ਧੀਆਂ ਪੁੱਤਰਾਂ ਦੀਆਂ ਕੁੰਡਲੀਆਂ ਮਿਲਾਉਂਦੇ ਆ, ਹੈਰਾਨੀ ਹੈ ਨਾ। ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਦਾਨ ਦਿੰਦੇ, ਉਹਨਾਂ ਵਿੱਚ ਤਾਂ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਤਾਂ ਕੋਲ ਨਹੀਂ ਬਹਿਣਾ, ਸੰਗਤ ਵੀ ਨਹੀਂ ਕਰਨੀ।
ਤੇ ਜਿਹੜਾ ਉਹਨਾਂ ਨੂੰ ਤੁਸੀਂ ਦਾਨ ਦੇ ਕੇ ਆਉਂਦੇ ਹੋ, ਦਕਸ਼ਣਾ ਦੇ ਕੇ ਆਉਂਦੇ ਹੋ, ਉਹਦਾ ਕੀ ਲਾਭ ਹੋਣਾ ਭਲਾ? ਇਹ ਸਾਡੇ ਸਿੱਖਾਂ ਦੀ, ਬਹੁਤ ਸਾਰੇ ਸਿੱਖਾਂ ਦੀ ਇਹ ਦਸ਼ਾ ਹੋ ਗਈ ਅੱਜ ਦੇ ਸਮੇਂ 'ਚ। ਮਾਂਗਲੀਕ ਹੈ ਜੀ ਲੜਕੀ, ਲੜਕਾ ਮਾਂਗਲੀਕ ਹੈ, ਕਿੱਥੋਂ ਪਤਾ ਲੱਗਾ ਜੀ? ਕੁੰਡਲਨੀ ਵਿਖਾਈ ਸੀ, ਇਹ ਕਿਸੇ ਗ੍ਰੰਥੀ ਸਿੰਘ ਨੂੰ ਵਿਖਾਈ ਸੀ? ਨਹੀਂ ਜੀ, ਪੰਡਤ ਜੀ ਕੋਲ ਗਏ ਸੀ। ਉਹ ਪੰਡਤ ਜੀ, ਆ ਹਿੰਦੁਸਤਾਨ ਦੇ ਵਿੱਚ ਕੁੰਡਲਨੀ ਮਿਲਾਉਣ ਦਾ ਰਿਵਾਜ ਹੈ। ਦੱਸੋ ਭਲਾ, ਜਿੱਦਾਂ ਦੀਆਂ ਕੁੰਡਲੀਆਂ ਮਿਲ ਜਾਂਦੀਆਂ ਨੇ, 16 ਲੱਛਣ ਪੂਰੇ ਹੁੰਦੇ, 16 ਲੜਕੇ ਦੇ 16 ਲੜਕੇ, ਉਹ 32 ਲੱਛਣ ਪੂਰੇ ਹੋ ਗਏ ਵੀ ਉਹਨਾਂ ਦੇ ਤਲਾਕ ਨਹੀਂ ਹੁੰਦੇ। ਪਹਿਲਾਂ ਤਾਂ ਜੱਜ ਨੂੰ ਫੜ ਕੇ ਉਹਨਾਂ ਨੂੰ, ਪੰਡਤਾਂ ਨੂੰ ਫਾਹੇ ਟੰਗਣਾ ਚਾਹੀਦਾ ਵੀ ਤੁਸੀਂ ਲੱਛਣ ਮਿਲਾਏ ਸੀ, ਹੁਣ ਆ ਵੇਖੋ ਲੱਛਣ ਇਹਨਾਂ ਦੇ ਕੀ ਨੇ। ਪਹਿਲਾਂ ਤਾਂ ਉਹੀ ਫਾਹੇ ਟੰਗਣੇ ਚਾਹੀਦੇ ਨੇ ਨਾ। ਸੋ ਕਹਿਣ ਤੋਂ ਭਾਵ ਇਹ ਸਭ ਬੇਵਕੂਫ ਬਣਾਉਣ ਦੀ ਬਿਰਤੀ ਆ ਲੋਕਾਂ ਨੂੰ। ਮਹਾਰਾਜ ਜੀ ਖਾਲਸੇ ਨੂੰ ਸੁਚੇਤ ਕਰਦੇ ਆ, ਸਾਵਧਾਨ ਕਰਦੇ। ਸਿੱਖ ਨੇ ਤਾਂ ਗੁਰੂ ਤੇ ਭਰੋਸਾ ਰੱਖਣਾ, ਗੁਰੂ ਤੇ ਟੇਕ। ਮਹਾਰਾਜ ਸਾਨੂੰ ਨਹੀਂ ਪਤਾ ਆਉਣ ਵਾਲੇ ਸਮੇਂ ਦਾ, ਤੁਸੀਂ ਕਿਰਪਾ ਕਰਿਓ, ਜਿਹੜਾ ਸਹੀ ਰਾਹ ਹੋਵੇ ਉੱਤੇ ਸਾਨੂੰ ਪਾ ਦਿਓ ਮਹਾਰਾਜ, ਇਹ ਦਇਆ ਕਰਿਓ। ਗੁਰਦੇਵ ਕਹਿੰਦੇ ਇਹੋ ਜਿਹੇ ਪੰਡਤਾਂ ਦੀ ਤਾਂ ਸੰਗਤ ਵਿੱਚ ਵੀ ਨਹੀਂ ਬਹਿਣਾ, ਲਾਲਚੀਆਂ ਲੋਭੀਆਂ ਦੀ। ਫਿਰ ਉਹਨਾਂ ਨੂੰ ਜਿਹੜਾ ਦਾਨ ਦੇਣਾ ਉਹਨੇ ਤਾਂ ਕੀ ਫਲੀ ਭੂਤ ਹੋਣਾ। ਗੁਰ ਗੁਰ ਸਿੱਖ ਕੀ ਨਿੰਦਾ ਕਰ। ਜਿਹੜਾ ਪੰਡਤ, ਜਿਹੜਾ ਬਾਹਮਣ ਜਾਂ ਹੋਰ ਜਿਹੜਾ ਵੀ ਕੋਈ ਗੁਰੂ ਤੇ ਗੁਰੂ ਕੇ ਸਿੱਖਾਂ ਦੀ ਨਿੰਦਾ ਕਰੇ, ਇਹੋ ਜਿਹਾ ਕੋਈ ਵੀ ਬੰਦਾ, ਭਾਵੇਂ ਬ੍ਰਾਹਮਣ ਹੋਵੇ ਤੇ ਭਾਵੇਂ ਕੋਈ ਹੋਰ ਹੋਵੇ, ਭਾਵੇਂ ਵੱਡੇ ਤੋਂ ਵੱਡਾ ਹੋਵੇ, ਜਿੱਡੇ ਵੱਡੇ ਮਰਜ਼ੀ ਰੁਤਬੇ ਦਾ ਹੋਵੇ, ਜਿਹੜਾ ਗੁਰੂ ਤੇ ਗੁਰੂ ਕੇ ਸਿੱਖਾਂ ਦੀ ਨਿੰਦਾ ਕਰੇ, ਤਿਸ ਦਿਜ ਕੋ ਦੇਸ ਦੁਖ ਪਰ। ਇਹੋ ਜਿਹੇ ਬੰਦੇ ਦੀ ਮਕਾਣੇ ਵੀ ਨਹੀਂ ਜਾਣਾ ਸਿੱਖ ਨੇ। ਉਹ ਮਰ ਜਾਏ ਨਾ, ਉਹ ਤੁਹਾਡੀ ਮਕਾਨ ਤੇ ਵੀ ਨਹੀਂ ਜਾਣਾ, ਜਿਉਂਦੇ ਜੀ ਤਾਂ ਉਹਨੂੰ ਕੀ ਮਿਲਣਾ। ਇਹੋ ਜਿਹੇ ਪੰਡਤ ਨੂੰ, ਇਹੋ ਜਿਹੇ ਬਾਹਮਣ ਨੂੰ ਕਦੇ ਦਾਨ ਨਾ ਕਰੇ ਜਿਹੜਾ ਗੁਰੂ ਤੇ ਗੁਰੂ ਕੇ ਸਿੱਖਾਂ ਦੀ ਨਿੰਦਾ ਕਰਦਾ ਹੈ। ਜੇ ਕੋ ਮੇਰਾ ਹੋਏ ਨਾ ਸਿੱਖ। ਮਹਾਰਾਜ ਜੀ ਕਹਿੰਦੇ ਜਿਹੜਾ ਕੋਈ ਮੇਰਾ ਸਿੱਖ ਨਹੀਂ ਹੈ, ਜਿਹੜਾ ਮੇਰਾ ਸਿੱਖ ਨਹੀਂ ਹੈ, ਤਿਸ ਬਾਮਣ ਕੋ ਦੇ ਨਾ ਭਿਖ। ਉਸ ਬ੍ਰਾਹਮਣ ਨੂੰ ਕਦੇ ਦਾਨ ਨਾ ਕਰੇ, ਕਿਉਂਕਿ ਬਹੁਤ ਸਾਰੇ ਬ੍ਰਾਹਮਣ ਵੀ ਸਿੱਖ ਨੇ, ਖਾਲਸੇ ਵਿੱਚ ਆ ਮਿਲੇ ਸਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕਿੱਡਾ ਪਿਆਰਾ ਪ੍ਰੋਹਿਤ ਸੀ ਬ੍ਰਾਹਮਣ, ਭਾਈ ਦਇਆ ਰਾਮ। ਭਗਾਣੀ ਦੇ ਜੰਗ 'ਚ ਲੜ ਕੇ ਸ਼ਹੀਦ ਹੋਇਆ, ਕਿੱਡਾ ਯੋਧਾ ਸੀ ਉਹ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਜਿਹੜਾ ਮੇਰਾ ਸਿੱਖ ਨਹੀਂ ਆ ਉਦਾਂ ਬ੍ਰਾਹਮਣ ਹੈ, ਤੁਹਾਡੇ ਕੋਲ ਆ ਕੇ ਆਖਿਆ ਜੀ ਅਸੀਂ ਬ੍ਰਾਹਮਣ ਹੁੰਨੇ ਆ, ਤੁਸੀਂ ਸਾਡੇ ਜਜਮਾਨ ਹੋ, ਸਾਨੂੰ ਦਾਨ ਦਿਓ। ਮਹਾਰਾਜ ਕਹਿੰਦੇ ਖਬਰਦਾਰ, ਸਾਵਧਾਨ ਹੋ ਜਾਓ, ਇਹੋ ਜਿਹੇ ਬ੍ਰਾਹਮਣਾਂ ਨੂੰ ਦਾਨ ਨਹੀਂ ਕਰਨਾ ਜਿਹੜੇ ਮੇਰੇ ਸਿੱਖ ਨਹੀਂ ਹਨ। ਦਿਜ ਬਿਨ ਕੇਸ ਪਾਹੁਲ ਤਾਰੇ। ਜਿਹੜਾ ਬ੍ਰਾਹਮਣ ਪਾਹੁਲ ਤੋਂ ਬਿਨਾਂ ਕੇਸ ਧਾਰਨ ਕਰੇ, ਤਿਸ ਪਾਖੰਡੀ ਦੂਰ ਨਿਵਾਰੇ। ਕੇਸ ਕੇਵਲ ਇਸ ਕਰਕੇ ਧਾਰਨ ਕਰੇ ਵੀ ਸਿੱਖਾਂ ਕੋਲੋਂ ਉਦਾਂ ਇਹਨਾਂ ਨੇ ਮੈਨੂੰ ਦੇਣਾ ਨਹੀਂ, ਬੋਦੀ ਵੇਖ ਕੇ ਜੇ ਕੇਸ ਰੱਖਾਂਗਾ ਤੇ ਦਾਨ ਦੇ ਦੇਣਗੇ। ਇਹ ਵਰਤਾਰਾ ਗੁਰੂ ਸਾਹਿਬ ਦੇ ਸਮੇਂ ਚੱਲ ਗਿਆ ਸੀ, ਕਿਉਂਕਿ ਗੁਰੂਦੇਵ ਨੇ ਖਾਲਸੇ ਨੂੰ ਕਹਿ ਦਿੱਤਾ ਸੀ ਵੀ ਦਾਨ ਦਿਓ ਨਹੀਂ ਕੋ ਭਲੋ ਔਰ ਔਰ ਕੋ ਦਾਨ ਨਾ ਲਾਗਤ ਨੀਕੋ, ਕਿ ਮੇਰੇ ਖਾਲਸੇ ਨੂੰ ਦਿੱਤਾ ਹੀ ਦਾਨ ਫਲੀ ਭੂਤ ਹੁੰਦਾ। ਤੇ ਬਾਹਮਣਾਂ ਨੂੰ ਪਿੱਸੂ ਪੈ ਗਏ ਵੀ ਸਾਨੂੰ ਕੌਣ ਦਾਨ ਕਰੇਗਾ। ਉਹਨਾਂ ਚੋਂ ਕਈ ਕੇਸਾ ਧਾਰੀ ਹੋ ਕੇ ਨਾ ਪਖੰਡੀ ਬਣ ਕੇ ਸਿੱਖਾਂ ਦੇ ਭੇਸ ਵਿੱਚ ਆ ਕੇ ਦਾਨ ਮੰਗਣ ਲੱਗ ਪਏ। ਤੋ ਕਲਗੀਧਰ ਪਾਤਸ਼ਾਹ ਸੁਚੇਤ ਕਰਦੇ ਨੇ, ਕਹਿੰਦੇ ਪਾਹੁਲ ਨਹੀਂ ਗ੍ਰਹਿਣ ਕੀਤੀ, ਬਸ ਕੇਸ ਧਾਰਨ ਕਰ ਲਏ, ਭੇਖ ਬਣਾ ਲਿਆ ਕਿ ਸਿੱਖਾਂ ਕੋਲੋਂ ਦਾਨ ਲੈਣਾ। ਮਹਾਰਾਜ ਜੀ ਕਹਿੰਦੇ ਇਹੋ ਜਿਹੇ ਪਖੰਡੀ ਬ੍ਰਾਹਮਣ ਦਾ ਵਿਸ਼ਵਾਸ ਨਹੀਂ ਕਰਨਾ। ਸੁਚ ਸੰਤੋਖ ਰਹਿਤ ਕੋ ਰਾਖਣ। ਜਿਹੜਾ ਸੋਚ ਸੰਤੋਖ ਤੇ ਰਹਿਤ ਨੂੰ ਰੱਖਦਾ ਹੈ, ਧਾਰੈ ਧਰਮ ਸ਼ੁਰਤ ਕਰੈ ਜੋ ਪਾਖਣ। ਜੋ ਧਰਮ ਗ੍ਰੰਥਾਂ ਵਿੱਚ ਧਰਮ ਕਿਹਾ, ਉਸ ਧਰਮ ਦੀ ਜਿਹੜਾ ਪਾਲਣਾ ਕਰਦਾ, ਉਸ ਧਰਮ ਦੀ ਰੱਖਿਆ ਕਰਦਾ। ਦੋਹਰ ਮੇਰੇ ਸਿੱਖ ਨਾ ਪੇਖ ਤਰ ਦਾਨ ਲੂਟ ਬੇਹੇਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹੋ ਜਿਹਾ ਜਿਹੜਾ ਕੋਈ ਹੋਵੇ ਸੰਤੋਖੀ, ਸਬਰ ਸਹਿਤ, ਉਹਦੇ ਨਾਲ ਵਿਚਰਨਾ, ਉਹਦੇ ਨਾਲ ਮੇਲ ਕਰਨਾ ਵਿਹਿਤ ਹੈ, ਪਰ ਕਿਸੇ ਲੋਭੀ ਬ੍ਰਾਹਮਣ ਦਾ ਸੰਗ ਨਹੀਂ ਕਰਨਾ। ਫਿਰ ਗਰੀਬ ਨਵਾਜ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜਿਹੜੇ ਮੇਰੇ ਸਿੱਖ ਨੇ ਉਹ ਇਹ ਆਪਣੇ ਹਿਰਦੇ ਵਿੱਚ ਸੁਚੇਤ ਹੋ ਜਾਣ
ਕਿ ਜਿਹੜੇ ਕੇਵਲ ਤਾਂ ਕੇਵਲ ਭੇਖ ਬਣਾ ਕੇ ਸਿੱਖਾਂ ਕੋਲੋਂ ਦਾਨ ਲੁੱਟਣਾ ਚਾਹੁੰਦੇ ਆ, ਭੇਖ ਬਣਾ ਕੇ। ਭੇਖਾ ਦਾ ਸਿੱਖੀ ਲਿਬਾਸ ਧਾਰਨ ਕੀਤਾ, ਸਿੱਖ ਦਾ ਲਿਬਾਸ ਬਣਾ ਕੇ ਫਿਰ ਆ ਕੇ ਦਾਨ ਲੈਣ ਵਾਸਤੇ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਅਕਸਰ ਇਹੋ ਜਿਹੇ ਲੋਕਾਂ ਨਾਲ ਮੇਲ ਹੁੰਦਾ ਜਿਨ੍ਹਾਂ ਨੇ ਕੇਸ ਰੱਖੇ ਜਾਂ ਅੰਮ੍ਰਿਤ ਛਕਿਆ ਤੇ ਪੁੱਛਿਆ ਕਿਉਂ ਜੀ ਨੌਕਰੀ ਮਿਲਦੀ ਨਹੀਂ, ਸ਼੍ਰੋਮਣੀ ਕਮੇਟੀ 'ਚ ਤਾਂ ਕੀਤਾ ਸੀ ਗੁਰਦੁਆਰੇ ਵਿੱਚ, ਕਿਉਂਕਿ ਵਿਹਿਤ ਹੈ ਵੀ ਪਹਿਲਾਂ ਤੁਸੀਂ ਅੰਮ੍ਰਿਤ ਛਕਿਆ ਹੋਵੇ, ਅੰਮ੍ਰਿਤਧਾਰੀ ਸਿੱਖ ਹੋਵੇ। ਉਹ ਕਈਆਂ ਨੇ ਭੇਖ ਬਣਾ ਲਿਆ, ਗੁਰੂ ਘਰ ਵਿੱਚ ਨੌਕਰੀ ਕਰਨ ਵਾਸਤੇ ਭੇਖ ਬਣਾ ਲਿਆ। ਜਦੋਂ ਉਹਨਾਂ ਨੂੰ ਕਿਤੇ ਕਾਰਨਵਸ ਨੌਕਰੀ ਤੋਂ ਪਾਸੇ ਕੀਤਾ, ਉਸੇ ਵੇਲੇ ਫਿਰ ਛੱਡ ਕੇ ਕੇਸਾਂ ਨੂੰ ਕਤਲ ਕਰਾ ਕੇ ਫਿਰਦੇ ਵੇਖੇ ਨੇ ਉਹ ਲੋਕ। ਮਹਾਰਾਜ ਕਹਿੰਦੇ ਇਹੋ ਜਿਹੇ ਭੇਖੀਆਂ ਤੋਂ ਖਾਲਸੇ ਨੂੰ ਸੁਚੇਤ ਰਹਿਣਾ, ਸਾਵਧਾਨ ਰਹਿਣਾ। ਧਰੇ ਕੇ ਸਰਿਖ ਤੰਦਤ ਜੇ ਕਪਟੀ ਪਾਪੀ ਕੇਤ। ਮਹਾਰਾਜ ਜੀ ਕਹਿੰਦੇ ਜਿਹੜਾ ਕੇਵਲ ਧੰਦੇ ਵਾਸਤੇ ਕੇਸ ਰੱਖੇ, ਧੰਦੇ ਲਈ ਸਿੱਖੀ ਕੇਵਲ ਧੰਦੇ ਲਈ ਬਣਾਈ, ਕੇਸ ਧੰਦੇ ਲਈ ਬਣਾਏ। ਧਿਆਨ ਸਿੰਘ ਡੋਗਰੇ ਨੇ, ਇਹ ਅੰਮ੍ਰਿਤਧਾਰੀ ਨਹੀਂ ਸੀ। ਗੁਲਾਬ ਸਿੰਘ, ਹੀਰਾ ਸਿੰਘ, ਤੇਜਾ ਸਿੰਘ, ਜਿਨ੍ਹਾਂ ਨੇ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਰਾਜ ਤਬਾਹ ਕਰਕੇ ਰੱਖ ਦਿੱਤਾ ਖਾਲਸੇ ਦਾ। ਮਹਾਰਾਜ ਜੀ ਸੁਚੇਤ ਕਰ ਗਏ ਸਨ ਪਹਿਲਾਂ ਹੀ। ਅਕਾਲੀ ਫੂਲਾ ਸਿੰਘ ਜੀ ਕਹਿੰਦੇ ਸੀ ਸ਼ੇਰੇ ਪੰਜਾਬ ਇਹਨਾਂ ਨੂੰ ਪਾਸੇ ਕਰਦੇ ਡੋਗਰਿਆਂ ਨੂੰ, ਪਰ ਸ਼ੇਰੇ ਪੰਜਾਬ ਨੇ ਮੰਨਿਆ ਨਹੀਂ ਬਚਨ। ਉਹ ਜਿਹੜੇ ਉਹ ਭੇਖੀ ਸਨ, ਸਿੱਖ ਨਹੀਂ ਸਨ। ਮਹਾਰਾਜ ਜੀ ਕਹਿੰਦੇ ਜਿਹੜੇ ਇਹੋ ਜਿਹੇ ਭੇਖੀ ਨੇ ਜਿਨ੍ਹਾਂ ਨੇ ਕੇਵਲ ਆਪਣੇ ਨਿੱਜੀ ਸਵਾਰਥ ਲਈ ਸਿੱਖੀ ਧਾਰਨ ਕੀਤੀ ਹੈ, ਉਹ ਦੁਨੀਆ ਵਿੱਚ ਸਭ ਤੋਂ ਵੱਡਾ ਪਾਪੀ ਹੈ, ਸਭ ਤੋਂ ਵੱਡਾ ਪਾਪੀ ਤੇ ਗੁਨਹਗਾਰ ਹੈ। ਵਿਪਰ ਬਰਨ ਉਤਮ ਬੜਾ ਤੀਨ ਦੇਵ ਕੋ ਰੂਪ। ਮਹਾਰਾਜ ਜੀ ਕਹਿੰਦੇ ਦੁਨੀਆ ਦੇ ਚਾਰਾਂ ਵਰਣਾਂ ਵਿੱਚੋਂ ਬ੍ਰਾਹਮਣ ਨੂੰ ਉੱਤਮ ਕਿਹਾ ਜਾਂਦਾ, ਤਿੰਨਾਂ ਦੇਵਤਿਆਂ ਦਾ ਰੂਪ ਕਿਹਾ ਜਾਂਦਾ ਹੈ। ਪਲਟ ਮਜਬ ਪੀਰਨ ਜਜ ਸੋ ਪਾਪੀ ਪਰ ਕੂਪ। ਉਹ ਬ੍ਰਾਹਮਣ ਆਪਣਾ ਸਵਰੂਪ ਛੱਡ ਕੇ ਪੀਰਾਂ ਦੀ ਜਾ ਕੇ ਪੂਜਾ ਕਰਦਾ ਫਿਰੇ। ਕਹਿੰਦੇ ਲੱਖ ਦੀ ਲਾਹਨਤ ਹੈ ਇਹੋ ਜਿਹੇ ਬ੍ਰਾਹਮਣ ਦੇ ਉੱਤੇ। ਕਹਿੰਦੇ ਉਹਨੂੰ ਤਾਂ ਫੜ ਕੇ ਖੂਹ 'ਚ ਸੁੱਟ ਦੇਣਾ ਚਾਹੀਦਾ। ਕਹਿਣ ਤੋਂ ਭਾਵ ਵੀ ਉਹ ਲਾਹਨਤ ਯੋਗ ਹੈ, ਤਰਕਾਰ ਯੋਗ ਹੈ ਵੀ ਹੋਵੇ ਬ੍ਰਾਹਮਣ ਤੇ ਬ੍ਰਾਹਮਣ ਹੋ ਕੇ ਪੂਜਦਾ ਫਿਰੇ ਗੂਗਿਆਂ ਨੂੰ, ਸਰਵਰਾਂ ਨੂੰ, ਮਾੜੀਆਂ ਨੂੰ, ਕਬਰਾਂ ਨੂੰ। ਇਹ ਵਰਤਾਰਾ ਸੀ ਹਿੰਦੁਸਤਾਨ ਦਾ ਉਸ ਵੇਲੇ। ਮਹਾਰਾਜ ਜੀ ਵੇਖਦੇ ਸਨ। ਅੱਜ ਵੀ ਬਹੁਤ ਸਾਰੇ ਤੁਸੀਂ ਬ੍ਰਾਹਮਣ ਵੇਖੋਗੇ, ਕਈ ਜਿਹੜੇ ਉਹ ਇਹੋ ਜਿਹੀਆਂ ਕਬਰਾਂ ਦੇ ਉੱਤੇ, ਮੜੀਆਂ ਦੇ ਉੱਤੇ ਉਹ ਮਹੰਤ ਬਣ ਕੇ ਬੈਠੇ ਹੁੰਦੇ ਆ। ਮਹਾਰਾਜ ਜੀ ਕਹਿੰਦੇ ਭਾਈ, ਨਾਲੇ ਕਹਿੰਦੇ ਉਹ ਬ੍ਰਾਹਮਣ ਉੱਤਮ ਹੈ, ਤਿੰਨਾਂ ਦੇਵਤਿਆਂ ਦਾ ਰੂਪ ਹੈ ਬ੍ਰਾਹਮਣ। ਤੇ ਜਿਹੜਾ ਇਹੋ ਜਿਹਾ ਬ੍ਰਾਹਮਣ ਜਾ ਕੇ ਪੀਰਾਂ ਦੇ ਜਾ ਕੇ ਝੂਠੀਆਂ ਸ਼ੀਰਨੀਆਂ ਖਾਂਦਾ, ਉੱਥੇ ਜਾ ਕੇ ਉਹਨਾਂ ਨੂੰ ਪੂਜਦਾ, ਚਾਦਰਾਂ ਚੜਾਉਂਦਾ, ਕਹਿੰਦੇ ਫਿਰ ਇਹੋ ਜਿਹਾ ਤਾਂ ਫੜ ਕੇ ਖੂਹ 'ਚ ਡਿੱਗਣ ਯੋਗ ਹੈ। ਭੇਸ ਕੇਸ ਤਰ ਆਨ ਸਿੱਖ ਪੂਜਤ ਤੁਸ਼ਨ ਦੇਵ। ਮਹਾਰਾਜ ਜੀ ਕਹਿੰਦੇ ਜਿਹੜਾ ਸਿੱਖ ਕੇਸਾ ਧਾਰੀ ਹੋ ਕੇ, ਭੇਸ ਧਾਰਨ ਕਰਕੇ, ਸਿੱਖੀ ਦਾ ਲਿਬਾਸ ਧਾਰਨ ਕਰਕੇ ਗੁਰੂ ਨੂੰ ਛੱਡ ਕੇ ਹੋਰ ਦੇਵਤਿਆਂ ਦੀ ਸੇਵਾ ਕਰਦਾ, ਵੀ ਚਲੋ ਸਾਰਿਆਂ ਨੂੰ ਮਨਾ ਲਈਏ, ਸਾਰੇ ਹੀ ਖੁਸ਼ ਕਰ ਲਈਏ। ਸੁਣੋ ਜੀ, ਇਤਿਹਾਸ ਦਾ ਇੱਕ ਬਚਨ ਮੈਂ ਆਪ ਜੀ ਨੂੰ ਸੁਣਾਵਾਂ। ਸਰਹੰਦ ਦਾ ਰਹਿਣ ਵਾਲਾ ਸਿੱਖ, ਉਹਦਾ ਬੈਂਕਿੰਗ ਦਾ ਕੰਮ ਸੀ ਉਸ ਵੇਲੇ। ਜਿਵੇਂ ਬੈਂਕ ਹੁੰਦੇ ਆ ਨਾ ਅੱਜ ਕੱਲ, ਪੈਸੇ ਜਮ੍ਹਾਂ ਕਰਕੇ ਰੱਖ ਲੈਣੇ। ਕਿਸੇ ਪਠਾਨ ਨੇ 500 ਅਸ਼ਰਫੀਆਂ ਦਿੱਤੀਆਂ ਵੀ ਆ ਰੱਖ ਛੱਡ, ਮੈਂ ਜਦੋਂ ਆਵਾਂਗਾ ਲੈ ਲਾਂਗਾ। ਉਹ ਕਿਸੇ ਬਾਂਸਲੀ 'ਚ ਪਾ ਕੇ ਉਹਨੇ ਰੱਖ ਦਿੱਤੀਆਂ ਸਿੱਖ ਨੇ, ਤੇ ਰੱਖ ਕੇ ਭੁੱਲ ਗਿਆ ਤੇ ਵਹੀ 'ਚ ਲਿਖਣੀਆਂ ਵੀ ਭੁੱਲ ਗਿਆ, ਨੋਟ ਕਰਨੀਆਂ ਭੁੱਲ ਗਿਆ। ਉਹ ਪਠਾਨ ਕੁਝ ਮਹੀਨਿਆਂ ਬਾਅਦ ਵਾਪਸ ਆਇਆ ਤੇ ਕਹਿਣ ਲੱਗਾ ਮੇਰੀਆਂ ਅਸ਼ਰਫੀਆਂ ਵਾਪਸ ਕੋ। ਉਹਨੇ ਵਹੀ ਵੇਖੀ ਤੇ ਉਹਦਾ ਨਾਂ ਨਾ ਲਿਖਿਆ ਵਿੱਚ। ਉਹ ਕਹਿਣ ਲੱਗਾ ਪਠਾਨ ਜੀ ਵੀ ਤੁਹਾਡੇ ਤਾਂ ਇੱਥੇ ਹੈ ਨਹੀਂ ਕੁਝ, ਸਾਡੇ ਕੋਲ ਤੁਹਾਡੀ ਐਂਟਰੀ ਨਹੀਂ ਹੈ, ਸਹੀ ਨਹੀਂ ਪਈ ਹੋਈ। ਉਹ ਕਹੇ ਵੀ ਮੈਂ ਦੇ ਕੇ ਗਿਆ। ਵਾਹ ਤੂੰ ਮੈਂ ਹੋਈ। ਪਰ ਸਿੱਖ ਜਦੋਂ ਭੁੱਲ ਹੀ ਚੁੱਕਾ ਸੀ, ਉਹਨੂੰ ਚੇਤਾ ਹੀ ਨਹੀਂ ਸੀ, ਕੰਮ ਜ਼ਿਆਦਾ ਸੀ, ਪਹਿਚਾਣ ਵੀ ਨਾ ਰਹੀ। ਉਹਨੇ ਜਿੱਥੇ ਦੁਕਾਨ ਵਿੱਚ ਸੱਜੇ ਖੱਬੇ ਵੇਖਿਆ ਵੀ ਪਰ ਨਹੀਂ ਮਿਲੀਆਂ। ਸਰਹੰਦ ਦਾ ਜਿਹੜਾ ਨਵਾਬ ਸੀ ਉਹਦੇ ਕੋਲ ਖਬਰ ਚਲੀ ਗਈ। ਪਠਾਨ ਉੱਥੇ ਜਾ ਕੇ ਰੋਇਆ ਵੀ ਇਦਾਂ ਫਲਾਣੇ ਸ਼ਾਹੂਕਾਰ ਨੇ 500 ਅਸ਼ਰਫੀਆਂ ਮੇਰੀਆਂ ਰੱਖ ਲੀਆਂ, ਦਿੰਦਾ ਨਹੀਂ।
ਦੋਵਾਂ ਨੂੰ ਸੱਦਿਆ। ਉਹਨਾਂ ਵੇਲੇ ਫੈਸਲਾ ਕਰਨ ਦਾ ਤਰੀਕਾ ਇਹ ਸੀ ਵੀ ਤੇਲ ਦਾ ਕੜਾਇਆ ਤਪਾਇਆ। ਕਈ ਤਾਂ ਤਪਦਾ ਤੇਲ ਦਾ ਕੜਾਇਆ ਵੇਖ ਕੇ ਡਰ ਕੇ ਸੱਚ ਬੋਲ ਪੈਂਦੇ ਸੀ ਵੀ ਜਿਹੜਾ ਤੁਹਾਡੇ ਚੋਂ ਝੂਠਾ ਉਹਦਾ ਹੱਥ ਸੜ ਜਾਏਗਾ, ਸੱਚੇ ਦਾ ਨਹੀਂ ਸੜੇਗਾ, ਪਾਓ ਵਿੱਚ ਹੱਥ ਦੋਵੇਂ। ਪਠਾਨ ਨੇ ਪਹਿਲਾਂ ਕਈ ਪੀਰ ਮਨਾਏ, ਫਲਾਣੇ ਪੀਰ ਤੇ ਵੀ ਚਾਦਰਾ ਚੜਾਊਂਗਾ, ਫਲਾਣੇ ਤੇ ਵੀ, ਅਮਕੇ ਤੇ ਵੀ। ਸਿੱਖ ਨੇ ਗੁਰੂ ਅਰਜਨ ਸਾਹਿਬ ਦਾ ਧਿਆਨ ਧਾਰਿਆ, ਮਹਾਰਾਜ ਲਾਜ ਰੱਖਿਓ। ਹੱਥ ਪਾਇਆ ਤੇ ਸਿੱਖ ਦੀ ਬਾਂਹ ਨੂੰ ਸੇਕ ਵੀ ਨਹੀਂ ਲੱਗਾ। ਪਠਾਨ ਦੀ ਬਾਂਹ ਜਿਹੜੀ ਸੀ ਉਹ ਜਿਵੇਂ ਆਲੂ ਉਬਲਦਾ ਏਦਾਂ ਉਬਲ ਗਈ ਤੇਲ ਦੇ ਕੜਾਏ 'ਚ। ਬੜੇ ਹੈਰਾਨ ਹੋਏ, ਪਠਾਨ ਵੀ ਵੇਖੇ। ਸਿੱਖ ਘਰ ਜਾ ਕੇ ਵਿਚਾਰ ਕਰਨ ਲੱਗਾ ਵੀ ਪਠਾਨ ਜੇ ਝੂਠਾ ਹੁੰਦਾ ਤੇ ਉਹਨੇ ਬਾਂਹ ਨਹੀਂ ਸੀ ਪਾਉਣੀ ਵਿੱਚ, ਕੋਈ ਨਾ ਕੋਈ ਗੱਲ ਤਾਂ ਹੈ। ਵੇਖਿਆ ਚੰਗੀ ਤਰ੍ਹਾਂ ਸਾਰੀ ਦੁਕਾਨ ਦਾ ਕੱਲਾ ਕੱਲਾ ਡੱਬਾ ਫਰੋਲਿਆ, ਇੱਕ ਬਾਂਸਲੀ ਦੇ ਵਿੱਚੋਂ ਵਾਕਈ 500 ਅਸ਼ਰਫੀਆਂ ਨਿਕਲ ਆਈਆਂ। ਉਹਨੇ ਜਾ ਕੇ ਪਠਾਨ ਨੂੰ ਦਿੱਤੀਆਂ, ਆਖਿਆ ਪਠਾਨ ਜੀ ਵੀ ਮੈਂ ਭੁੱਲ ਗਿਆ ਸੀ, ਐਂਟਰੀ ਨਹੀਂ ਸੀ ਹੋਈ, ਆ ਲਓ ਤੁਹਾਡੀ ਅਮਾਨਤ। ਪਠਾਨ ਬੜਾ ਹੈਰਾਨ ਹੋਇਆ, ਕਹਿੰਦਾ ਇਹ ਤਾਂ ਪਾਸੇ ਰੱਖ ਵੀ ਤੂੰ ਝੂਠਾ ਹੋ ਕੇ ਵੀ ਤੇਰੀ ਬਾਂਹ ਨਹੀਂ ਸੜੀ, ਵੀ ਤੇਰਾ ਪੀਰ ਕਿਹੜਾ ਜਿਹਨੇ ਤੈਨੂੰ ਬਚਾਇਆ। ਸਿੱਖ ਨੇ ਆਖਿਆ ਝੂਠਾ ਉਹ ਹੁੰਦਾ ਜਿਹੜਾ ਜਾਣ ਬੁੱਝ ਕੇ ਮੁੱਕਰੇ, ਪਰ ਮੈਂ ਤਾਂ ਸਿਮਰਤੀ ਵਿੱਚ ਹੀ ਨਹੀਂ ਸੀ, ਚੇਤੇ ਹੀ ਨਹੀਂ ਸੀ, ਝੂਠਾ ਨਹੀਂ ਸੀ। ਉਹ ਕਹਿੰਦਾ ਮੈਂ ਤਾਂ ਸੱਚਾ ਸਾਂ ਨਾ, ਮੇਰੀ ਵੀ ਸੜ ਗਈ ਅੱਬਾ, ਤੇਰੀ ਸੜੀ ਨਹੀਂ। ਉਹ ਕਹਿੰਦੇ ਵੀ ਮੇਰੇ ਰਾਖੇ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ। ਪਠਾਨ ਕਹਿੰਦਾ ਫਿਰ ਚੱਲ ਮੈਨੂੰ ਨਾ ਕੋਲ ਲੈ ਚੱਲ। ਸਿੱਖ ਨੇ ਪਠਾਨ ਨੂੰ ਨਾਲ ਲਿਆ, ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ, ਮਹਾਰਾਜ ਜੀ ਦੇ ਚਰਨਾਂ 'ਚ ਜਾ ਕੇ ਬੇਨਤੀ ਕੀਤੀ। ਮਹਾਰਾਜ ਜੀ ਕਹਿੰਦੇ ਪਠਾਨ ਜੀ ਸਾਡੇ ਸਿੱਖ ਨੇ ਕੱਲਾ ਸਾਡੇ ਤੇ ਭਰੋਸਾ ਰੱਖਿਆ, ਇਸ ਕਰਕੇ ਅਸੀਂ ਉਹਦੀ ਬੌੜੀ ਕੀਤੀ ਹੈ। ਤੁਸੀਂ ਕਈ ਪੀਰ ਬਣਾਏ, ਕਈਆਂ ਸ਼ੀਰਨੀਆਂ ਮੰਨੀਆਂ, ਉਹ ਸਾਰੇ ਇੱਕ ਦੂਜੇ ਵੱਲ ਵੇਖਦੇ ਰਹੇ ਵੀ ਉਹ ਚਲਾ ਜਾਏਗਾ, ਉਹ ਚਲਾ ਜਾਏਗਾ, ਆਇਆ ਕੋਈ ਵੀ ਨਹੀਂ ਮਦਦ ਵਾਸਤੇ। ਜਿਹੜਾ ਬਹੁਤੇ ਘਰਾਂ ਦਾ ਪ੍ਰਾਹੁਣਾ ਹੁੰਦਾ ਨਾ, ਉਹ ਭੁੱਖਾ ਹੀ ਰਹਿ ਜਾਇਆ ਕਰਦਾ ਹੈ। ਇੱਕੋ ਪਿੰਡ 'ਚ ਭੂਆ ਵੀ ਹੋਵੇ ਤੇ ਮਾਸੀ ਵੀ ਹੋਵੇ ਨਾ, ਤੇ ਮਾਸੀ ਕੋਲ ਜਾਵੇ ਤੇ ਮਾਸੀ ਸੋਚਦੀ ਆ ਭੂਆ ਦੇ ਘਰੋਂ ਖਾਇਆ ਹੋਣਾ, ਭੂਆ ਦੇ ਘਰ ਜਾਵੇ ਉਹ ਮਾਸੀ ਦੇ ਘਰੋਂ ਖਾਇਆ ਹੋਣਾ। ਇਹ ਦੋਵਾਂ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿ ਜਾਂਦਾ। ਇਸ ਕਰਕੇ ਪਠਾਨ ਜੀ ਇੱਕ ਤੇ ਨਿਸ਼ਚਾ ਰੱਖੀਦਾ, ਇੱਕ ਤੇ ਥਾਂ ਥਾਂ ਤੇ ਨਹੀਂ ਭਟਕੀ ਜਾਈਦਾ। ਗੁਰਦੇਵ ਨੇ ਖਾਲਸੇ ਨੂੰ ਇੱਕ ਦਾ ਨਿਸ਼ਚਾ ਦਿੱਤਾ, ਇਸ ਕਰਕੇ ਸਾਡਾ ਮੂਲ ਹੀ ਇੱਕ ਤੋਂ ਸ਼ੁਰੂ ਹੁੰਦਾ, ਇੱਕ ਓੰਕਾਰ, ਇਹ ਸਾਡਾ ਮੂਲ ਹੈ। ਮਹਾਰਾਜ ਜੀ ਹੁਕਮ ਕਰਦੇ ਆ, ਕਹਿੰਦੇ ਜਿਹੜਾ ਮੇਰਾ ਕੇਸਾਧਾਰੀ ਸਿੱਖ ਹੈ, ਮੇਰਾ ਸਿੱਖ ਹੈ, ਉਹ ਹੋਰ ਕਿਸੇ ਆਨ ਦੇਵ ਦੀ ਪੂਜਾ ਨਹੀਂ ਕਰਦਾ। ਭਾਈ ਗੁਰਦਾਸ ਜੀ ਨੇ ਬੜਾ ਵਿਸਥਾਰ ਸਹਿਤ ਆਪਣੀ ਬਾਣੀ ਦੇ ਵਿੱਚ ਇਹਦਾ ਵਿਸਥਾਰ ਕੀਤਾ। ਉਹ ਕਹਿੰਦੇ ਜੈਸੇ ਪਿਤਾ ਦਾ ਪਿਆਰ ਪੜੋਸੀ ਕੋਲੋਂ ਨਹੀਂ ਮਿਲਦਾ, ਅੰਬ ਦੀ ਮਿਠਾਸ ਜਿਵੇਂ ਇਮਲੀ ਚੋਂ ਨਹੀਂ ਪ੍ਰਾਪਤ ਹੁੰਦੀ, ਸਮੁੰਦਰ ਦੀ ਗਹਿਰਾਈ ਜਿਵੇਂ ਛੱਪੜ ਚੋਂ ਨਹੀਂ ਲੱਭਦੀ, ਤੈਸੇ ਗੁਰੂ ਜੈਸੀ ਕਿਰਪਾ ਕਿਸੇ ਹੋਰ ਦੇਵੀ ਦੇਵਤੇ ਕੋਲੋਂ ਨਹੀਂ ਮਿਲਦੀ। ਸਤਿਗੁਰੂ ਜੈਸੀ ਦਇਆ ਕਿਸੇ ਹੋਰ ਆਨ ਦੇਵ ਵਿੱਚੋਂ ਪ੍ਰਾਪਤ ਨਹੀਂ ਹੋਣੀ। ਇਸ ਕਰਕੇ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਸਾਨੂੰ ਬਾਰ-ਬਾਰ ਸਮਝਾਇਆ, ਇੱਕ ਦਾ ਨਿਸ਼ਚਾ ਰੱਖਣਾ, ਇੱਕ ਦਾ ਭਰੋਸਾ ਰੱਖਣਾ। ਹਾਂਜੀ। ਤਾਹੇ ਨ ਪਾਣੀ ਦੀਜੀਏ ਮੇਰਾ ਸਿੱਖ ਸੋ ਸੇਵ। ਮਹਾਰਾਜ ਜੀ ਕਹਿੰਦੇ ਜਿਹੜਾ ਸਿੱਖ ਹੋ ਕੇ ਗੁਰੂ ਨੂੰ ਛੱਡ ਕੇ ਥਾਂ ਥਾਂ ਤੇ ਪੂਜਾ ਕਰਦਾ ਫਿਰੇ, ਮਹਾਰਾਜ ਜੀ ਕਹਿੰਦੇ ਉਹਨੂੰ ਪਾਣੀ ਦੇਣ ਦੀ ਵੀ ਲੋੜ ਕੋਈ ਨਹੀਂ, ਉਹਨੂੰ ਪਾਣੀ ਪੁੱਛਣ ਦੀ ਵੀ ਨਹੀਂ ਲੋੜ ਇਹੋ ਜਿਹੇ ਬੰਦੇ ਨੂੰ। ਤੇ ਕਹਿੰਦੇ ਜਿਹੜਾ ਮੇਰਾ ਸਿੱਖ ਹੈ, ਕੇਵਲ ਮੇਰਾ ਭਰੋਸਾ ਰੱਖਦਾ, ਮਹਾਰਾਜ ਕਹਿੰਦੇ ਉਹਦੀ ਰੱਜ ਕੇ ਸੇਵਾ ਕਰੋ। ਉਹਦੀ ਸੇਵਾ ਕਰੋਗੇ ਤਾਂ ਮੇਰੀ ਖੁਸ਼ੀ ਹੋਵੇਗੀ। ਕੇਸਾ ਤਾਰੀ ਪੇਖੀਆ ਜੀਵਨ ਕੇ ਤਿਨ ਕਾਜ। ਕਹਿੰਦੇ ਜਿਹੜੇ ਕੇਸਾ ਧਾਰੀ ਭੇਖੀ ਹਨ, ਜਿਨ੍ਹਾਂ ਨੇ ਕੇਵਲ ਆਪਣੀ ਰੋਜੀ ਰੋਟੀ ਵਾਸਤੇ, ਉਪਜੀਵਕਾ ਵਾਸਤੇ ਕੇਸ ਧਾਰਨ ਕੀਤੇ ਨੇ, ਸਿੱਖੀ ਧਾਰਨ ਕੀਤੀ ਹੈ। ਤਰੇ ਕੇਸ ਚੰਡਾਲ ਸਮ ਦੇ ਦਾਨ ਹੋਏ ਪਾਜ। ਕਹਿੰਦੇ ਇਹੋ ਜਿਹਾ ਬੰਦਾ ਤਾਂ ਚੰਡਾਲ ਹੀ ਆ ਫਿਰ, ਜਿਹੜਾ ਕੇਵਲ ਇਸ ਕਰਕੇ ਕੇਸ ਰੱਖੇ, ਸਿੱਖੀ ਧਾਰਨ ਕਰੇ ਵੀ ਮੇਰੀ ਰੋਜੀ ਰੋਟੀ ਚੱਲਣੀ, ਉਹ ਚੰਡਾਲ ਹੈ। ਤਰੇ ਕੇਸ ਉਹ ਚੰਡਾਲ ਦੇ ਸਮਾਨ ਹੀ ਹੈ। ਉਹਨੂੰ ਜਿਹੜਾ ਤੁਸੀਂ ਦਾਨ ਦੇਣਾ ਨਾ, ਉਹ ਇਸ ਤਰ੍ਹਾਂ ਜਿਵੇਂ ਪਾਜ ਨਹੀਂ ਉਗੜ ਕੇ ਆ ਜਾਂਦਾ ਮੁਲੰਮਾ,
ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਕਹਿੰਦੇ ਇਹੋ ਜਿਹੇ ਲੋਕਾਂ ਨੂੰ ਦਿੱਤਾ ਦਾਨ ਕੋਈ ਮਾਇਨੇ ਨਹੀਂ ਰੱਖਦਾ। ਜੋ ਪਈ ਮੜੀ ਮਸਾਣੀ ਗੋਰ ਨ ਮੰਨ। ਮੇਰਾ ਸਿੱਖ ਨਾ ਕਿਸੇ ਮੜੀ ਨੂੰ ਮੰਨੇ, ਨਾ ਕਿਸੇ ਮਸਾਣ ਨੂੰ ਮੰਨੇ, ਨਾ ਕਿਸੇ ਗੌਰ ਦੀ ਪੂਜਾ ਕਰੇ। ਭੇਖੀ ਕੋ ਨਹਿ ਦੇਵੇ ਦਾਨ। ਜਿਹੜਾ ਭੇਖੀ ਹੈ, ਪਤਾ ਵੀ ਇਹ ਭੇਖੀ ਹੈ, ਸਮਝ ਆ ਜੇ ਵੀ ਇਹ ਭੇਖ ਕੇਵਲ ਇਹਨੇ ਪੇਟ ਵਾਸਤੇ ਹੀ ਬਣਾਇਆ। ਕਹਿੰਦੇ ਉਸ ਭੇਖੀ ਨੂੰ ਕਦੇ ਦਾਨ ਨਾ ਕਰੇ। ਜਿਹੜਾ ਇਹੋ ਜਿਹਾ ਭੇਖੀ ਹੈ, ਉਸ ਭੇਖੀ ਨੂੰ ਕਦੇ ਦਾਨ ਨਾ ਕਰੇ। ਬੜੇ ਫਿਰਨਗੇ, ਤੁਹਾਨੂੰ ਮਿਲਣਗੇ ਸਮਾਜ ਵਿੱਚ ਇਹੋ ਜਿਹੇ ਭੇਖੀ, ਜਿਨ੍ਹਾਂ ਨੇ ਬਾਣਾ ਪਾ ਕੇ ਨਾ ਉਹ ਜਾ ਕੇ ਮੰਗਦੇ ਹੁੰਦੇ, ਤੇ ਬਾਣਾ ਪਾ ਕੇ ਜਾ ਕੇ ਮੰਗਦੇ ਜੀ ਅਸੀਂ ਫਲਾਣੀ ਥਾਂ ਤੇ ਸੇਵਾ ਕਰਦੇ ਹਾਂ ਜੀ, ਅਮਕੀ ਥਾਂ ਤੇ ਕਰਦੇ ਹਾਂ। ਕਈ ਸਿੱਖਾਂ ਨੂੰ ਨਹੀਂ ਪਤਾ ਹੁੰਦਾ, ਉਹਨਾਂ ਨੂੰ ਦਾਨ ਕਰਦੇ। ਉਹਨਾਂ ਨੂੰ ਨਹੀਂ ਦਾਨ ਕਰਨਾ, ਭੇਖੀਆਂ ਨੂੰ। ਉਹ ਤੁਹਾਡੇ ਦਿੱਤੇ ਦਾਨ ਦੇ ਲਿਆ ਕੇ ਮੁਰਗੇ ਖਾਂਦੇ ਆ ਤੇ ਸ਼ਰਾਬਾਂ ਪੀਂਦੇ ਆ। ਇਹੋ ਜਿਹਾ ਨੂੰ ਨਹੀਂ ਦਾਨ ਕਰਨਾ। ਜਿਹੜਾ ਅਸਲ ਵਿੱਚ ਬਾਣੇ ਵਿੱਚ ਰਹਿਣ ਵਾਲਾ ਸਿੰਘ ਹੈ ਨਾ, ਉਹ ਕਦੇ ਨਹੀਂ ਕਿਸੇ ਅੱਗੇ ਹੱਥ ਤੱਡ ਕੇ ਮੰਗਦਾ। ਉਹ ਆਪਣੀ ਪਰਾਲਬਧ ਮੁਤਾਬਕ ਆਪਣੀ ਜ਼ਿੰਦਗੀ ਨੂੰ ਜਿਉਂਦਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਕਿਸੇ ਭੇਖੀ ਨੂੰ ਦਾਨ ਨਹੀਂ ਦੇਣਾ। ਜੇ ਕਿਹ ਕੋ ਨਹੀਂ ਖਾਏ ਪ੍ਰਸਾਦ। ਦੂਜਾ, ਕੱਲ ਬਚਨ ਆਇਆ ਸੀ ਨਾ ਵੀ 3 ਕੰਮ ਨਾ ਕਰੇ। ਪਹਿਲਾ, ਮੜੀ ਮਸਾਣ ਗੋਰ ਨੂੰ ਨਾ ਪੂਜੇ। ਦੂਜਾ, ਕਿਸੇ ਭੇਖੀ ਨੂੰ ਦਾਨ ਨਾ ਦੇਵੇ। ਤੀਜਾ, ਹਰ ਜਗ੍ਹਾ ਤੇ ਜਾ ਕੇ ਪ੍ਰਸ਼ਾਦ ਨਾ ਖਾ ਲਵੇ। ਇਹ ਹਨੂਮਾਨ ਜੀ ਦੇ ਲੱਡੂ ਨੇ, ਇਹ ਗਣੇਸ਼ ਜੀ ਦੇ ਲੱਡੂ ਨੇ, ਉਹਨਾਂ ਦੇ ਮੰਦਿਰ ਤੋਂ ਆਏ ਨੇ। ਇਹ ਪੀਰ ਜੀ ਦੇ ਦਰਬਾਰ ਚੋਂ ਸ਼ੀਰਨੀ ਆਈ ਆ, ਮਿੱਠੇ ਚੌਲ ਆਏ ਨੇ। ਕਹਿੰਦੇ ਜਿੱਥੋਂ ਕਿੱਥੋਂ ਦਾ ਪ੍ਰਸ਼ਾਦ ਨਾ ਖਾ ਲਵੇ। ਖਾਲਸੇ ਵਾਸਤੇ ਦਾ ਪ੍ਰਸ਼ਾਦ ਉਹ ਹੈ ਜਿਹੜਾ ਗੁਰੂ ਨਾਨਕ ਦੇ ਘਰੋਂ ਆਵੇ, ਉਹ ਪ੍ਰਸ਼ਾਦ ਹੈ ਸਾਡੇ ਲਈ। ਹੋਰ ਕਿਤੇ ਕਿਸੇ ਜਾਂ ਕਹਿ ਦਾ ਪ੍ਰਸ਼ਾਦ, ਹਰ ਜਗ੍ਹਾ ਦਾ ਪ੍ਰਸ਼ਾਦ ਨਾ ਛਕੇ ਸਿੱਖ। ਹਰ ਜਗ੍ਹਾ ਤੇ ਇਹ ਨਹੀਂ ਵੀ ਜਿੱਥੇ ਵੀ ਕੋਈ ਪ੍ਰਸ਼ਾਦ ਮਿਲਦਾ ਉੱਥੇ ਖਾ ਲਵੇ। ਹਾਂ, ਕਈ ਵਾਰੀ ਸਮਾਜ ਵਿੱਚ ਅਸੀਂ ਵਿਚਰਦੇ ਹਾਂ, ਦੂਸਰੇ ਮਤਾਂ ਦੇ ਵੀਰਾਂ ਦੇ ਨਾਲ ਵਿਚਰਦੇ ਹਾਂ, ਉੱਥੇ ਜਾਣਾ ਪੈਂਦਾ ਹੈ। ਉੱਥੇ ਅਗਰ ਤੁਸੀਂ ਜਾਣਾ ਪੈ ਜੇ, ਕਿਤੇ ਪ੍ਰਸ਼ਾਦ ਮਿਲਦਾ ਹੈ, ਉਹ ਪ੍ਰਸ਼ਾਦ ਲੈ ਲਓ। ਤੁਸੀਂ ਲੈ ਕੇ ਉਹ ਕਿਸੇ ਹੋਰ ਕਿਸੇ ਲੋੜਵੰਦ ਨੂੰ ਉਹ ਪ੍ਰਸ਼ਾਦ ਛਕਾ ਦਿਓ, ਤਾਂ ਜੋ ਉਹਨਾਂ ਦੀ ਵੀ ਰਹਿ ਜਾਵੇ ਵੀ ਲੈ ਲਿਆ। ਪਰ ਆਪ ਜਿਹੜਾ ਅੰਮ੍ਰਿਤਧਾਰੀ ਸਿੰਘ ਹੈ, ਗੁਰੂ ਕੀ ਖੰਡੇ ਕੀ ਪਹੁਲ ਛਕਣ ਵਾਲਾ, ਉਹ ਨਾ ਛਕੇ ਜਿੱਥੋਂ ਕਿੱਥੋਂ ਦਾ ਵੀ ਪ੍ਰਸ਼ਾਦ। ਹਾਂਜੀ। ਕਰਜ ਤੀਨੋਂ ਸਿੱਖ ਸੁਬਾਦ। ਜਿਹੜਾ ਇਹ 3 ਕੰਮ ਕਰਦਾ ਉੱਪਰਲੇ ਦੱਸੇ ਨੇ, ਮੜੀਆਂ ਮਸਾਣਾ ਕਬਰਾਂ ਦੀ ਪੂਜਾ, ਜਾਂ ਭੇਖੀਆਂ ਨੂੰ ਦਾਨ ਦਿੰਦਾ, ਜਾਂ ਫਿਰ ਜੈ ਕਹਿੰਦਾ ਹਰ ਜਗ੍ਹਾ ਦਾ ਪ੍ਰਸ਼ਾਦ ਖਾ ਲੈਂਦਾ ਹੈ। ਕਹਿੰਦੇ ਇਹੋ ਜਿਹਾਂ ਨੂੰ ਹਾਂਜੀ, ਕਰਜ ਤੀਨੋਂ ਸਿੱਖ ਸੁਬਾਦ। ਉਸ ਸਿੱਖ ਦਾ ਜੀਵਨ ਹੀ ਵਿਅਰਥ ਹੈ। ਇਹੋ ਜਿਹੇ ਬੰਦੇ ਦਾ, ਇਹੋ ਜਿਹੇ ਸਿੱਖ ਦਾ ਜੀਵਨ ਬਾਅਦ ਨਿਸ਼ਫਲ ਚਲਿਆ ਜਾਂਦਾ ਹੈ। ਬਿਨ ਬੂਝੇ ਦੇਵਨ ਕੋ ਜਜ। ਬਿਨਾਂ ਬੁੱਝੇ ਵੀ ਪਤਾ ਹੀ ਨਹੀਂ, ਜਿਵੇਂ ਲੋਕ ਪੂਜਦੇ ਆ ਉਹਨਾਂ ਨੂੰ ਵੇਖ ਕੇ ਆਪ ਵੀ ਪੂਜ। ਕਈ ਕੰਮ ਤਾਂ ਅਸੀਂ ਇਦਾਂ ਦੇ ਕਰਦੇ ਨੇ ਸਾਡੇ ਸਮਾਜ ਵਿੱਚ ਲੋਕ, ਵੀ ਜਿਵੇਂ ਦੁਨੀਆ ਕਰਦੀ ਆ ਵੇਖਾ ਵੇਖੀ ਉਦਾਂ ਹੀ ਕਰੀ ਜਾਂਦੇ। ਅਨਮਤਾਂ ਦੀਆਂ ਔਰਤਾਂ ਕਰਵਾ ਚੌਥ ਦੇ ਵਰਤ ਰੱਖਦੀਆਂ ਵੇਖ ਕੇ ਸਾਡੀਆਂ ਸਿੱਖ ਬੀਬੀਆਂ ਵੀ ਰੱਖਣ ਲੱਗ ਪਈਆਂ। ਅਨਮਤਾਂ ਦੇ ਲੋਕਾਂ ਨੇ ਗਲਾਂ 'ਚ ਮੰਗਲ ਸੂਤਰ ਪਾਏ ਹੁੰਦੇ ਆ, ਵੇਖ ਕੇ ਸਾਡੀਆਂ ਸਿੱਖ ਬੀਬੀਆਂ ਵੀ ਪਾਉਣ ਲੱਗ ਪਈਆਂ। ਕਈ ਵਾਰੀ ਹੋਰ ਪਤਾ ਨਹੀਂ ਹੁੰਦਾ ਨਾ ਵੀ ਇਹ ਸਾਡੇ ਸਿੱਖੀ ਸਿਧਾਂਤ ਦੇ ਨਹੀਂ ਹਨ। ਉਹ ਜਿਵੇਂ ਕੋਈ ਦੂਜਾ ਕਰਦਾ ਉਹਨੂੰ ਵੇਖ ਕੇ ਉਸੇ ਤਰ੍ਹਾਂ ਕਰਨ ਲੱਗ ਪਏ। ਮੈਂ ਛੋਟਾ ਸੋ ਸਿੱਖ ਮਮ ਤਜ। ਮਹਾਰਾਜ ਜੀ ਕਹਿੰਦੇ ਜਿਹੜਾ ਇਹੋ ਜਿਹਾ ਸਿੱਖ ਹੈ ਨਾ ਵੀ ਮੈਨੂੰ ਛੱਡ ਕੇ ਹੋਰ ਦੇਵਾਂ ਦੀ ਪੂਜਾ ਵਿੱਚ ਲੱਗਦਾ, ਕਹਿੰਦੇ ਜੇ ਉਹ ਸਿੱਖ ਨੇ ਮੈਨੂੰ ਛੱਡ ਦਿੱਤਾ ਤੇ ਫਿਰ ਉਹਨੂੰ ਮੈਂ ਛੱਡ ਦਿੱਤਾ। ਕਹਿੰਦੇ ਮੈਂ ਪਹਿਲ ਨਹੀਂ ਕਰਦਾ, ਮੈਂ ਨਹੀਂ ਛੱਡਦਾ ਪਹਿਲਾਂ। ਪਾਤਸ਼ਾਹ ਕਹਿੰਦੇ ਜੇ ਸਿੱਖ ਛੱਡਦਾ ਮੈਨੂੰ ਤੇ ਫਿਰ ਮੈਂ ਵੀ ਛੱਡ ਦਿੰਦਾ। ਵੀ ਜਾ ਫਿਰ ਤੂੰ ਹੋਰ ਪਾਸੇ ਮੂੰਹ ਮਾਰਨਾ, ਵੇਖਣਾ ਉਹ ਦੇਵਤਿਆਂ ਦੇ ਜਾ ਕੇ ਰੰਗ ਵੇਖਣੇ, ਵੇਖ ਲੈ। ਕਿਸੇ ਦੇਵੀ ਦੇਵਤੇ ਦਾ ਸਾਨੂੰ ਵਿਰੋਧ ਨਹੀਂ ਹੈ, ਕੋਈ ਪੂਜਾ ਕਰੇ ਉਹਨਾਂ ਦੀ ਕਰੇ, ਸਾਡਾ ਹੱਕ ਵੀ ਨਹੀਂ ਅਸੀਂ ਉਹਨਾਂ ਦੇ ਦੇਵੀ ਦੇਵਤਿਆਂ ਦੀ ਭੰਡੀ ਕਰੀਏ, ਇਹ ਸਾਡਾ ਹੱਕ ਨਹੀਂ ਹੈ। ਉਹ ਪੂਜਦੇ ਨੇ, ਪੂਜਣ, ਪਰ ਖਾਲਸੇ ਦਾ ਧਰਮ ਨਹੀਂ ਹੈ। ਖਾਲਸੇ ਨਾਲ ਤਾਂ ਕੇਵਲ ਇੱਕ ਅਕਾਲ ਦੀ ਪੂਜਾ ਕਰਨੀ। ਹਾਂਜੀ।
ਮੇਰਾ ਸਿੱਖ ਜੋ ਤੀਰਥ ਜਾਵੇ। ਮਹਾਰਾਜ ਜੀ ਕਹਿੰਦੇ ਮੇਰਾ ਸਿੱਖ ਅਗਰ ਕਿਸੇ ਧਰਮ ਸਥਾਨ ਦੀ ਯਾਤਰਾ ਕਰਦਾ ਹੈ, ਦੇਹ ਆਥਿਤ ਕੋ ਭੋਗ ਪੁਗਾਵੇ। ਕੋਈ ਅਤਿਥੀ ਮਿਲ ਜਾਏ, ਕੋਈ ਲੋੜਵੰਦ ਮਿਲ ਜਾਏ, ਉਹਨੂੰ ਭੋਜਨ ਛਕਾਵੇ। ਦੇ ਜੋ ਦਾਨ ਪਰਬ ਕੋ ਮਾਨ। ਔਰ ਜਿਹੜਾ ਮੇਰਾ ਸਿੱਖ ਹੈ, ਜਿਵੇਂ ਪੁਰਬ ਹੁੰਦਾ ਹੈ, ਕੋਈ ਗੁਰੂ ਸਾਹਿਬ ਦਾ ਦਿਹਾੜਾ ਹੁੰਦਾ ਹੈ, ਗੁਰਪੁਰਬ ਹੁੰਦਾ ਹੈ, ਉਹ ਪੁਰਬ ਜਾਣ ਕੇ ਗੁਰੂ ਸਾਹਿਬ ਦੇ ਦਾਨ ਕਰੇ। ਗੁਰ ਵਿਸ਼ਵਾਸੀ ਗੁਰੂ ਸਥਾਨ। ਗੁਰੂ ਤੇ ਵਿਸ਼ਵਾਸੀ ਹੋਵੇ ਤੇ ਗੁਰੂ ਦੇ ਸਥਾਨ ਤੇ ਵਿਸ਼ਵਾਸ ਹੋਵੇ। ਗੁਰੂ ਸਥਾਨ ਤੇ ਜੇ ਦਾਨ ਕਰੇ, ਗੁਰੂ ਸਥਾਨ ਤੇ ਕਰੇ, ਗੁਰੂ ਕੇ ਖਾਲਸੇ ਨੂੰ ਕਰੇ ਔਰ ਗੁਰੂ ਦਾ ਵਿਸ਼ਵਾਸੀ ਹੋਵੇ। ਵੇਖੋ ਨਾਹੀਂ ਤੀਰਥਨ ਪਾਂਡੇ। ਕਈ ਵਾਰੀ ਬਹੁਤ ਸਾਰੇ ਤੀਰਥਾਂ ਦੇ ਉੱਤੇ ਪੰਡੇ ਹੁੰਦੇ ਆ, ਉੱਥੇ ਗੁਰੂ ਘਰ ਵੀ ਹੁੰਦੇ ਆ। ਹਰਿਦੁਆਰ ਚਲੇ ਜਾਓ, ਹਰ ਕੀ ਪੌੜੀ ਤੇ ਮਹਾਰਾਜ ਜੀ ਦਾ ਸਥਾਨ। ਬਨਾਰਸ ਚਲੇ ਜਾਓ, ਉੱਥੇ ਸਤਿਗੁਰਾਂ ਦੇ। ਇਲਾਹਾਬਾਦ ਚਲੇ ਜਾਓ, ਮਹਾਰਾਜ ਜੀ ਦਾ ਸਥਾਨ, ਉੱਥੇ ਪੰਡੇ ਵੀ ਨੇ। ਕਹਿੰਦੇ ਕਈ ਵਾਰੀ ਉਹਨਾਂ ਪੰਡਿਆਂ ਨੂੰ ਜਾ ਕੇ ਸਾਨੂੰ ਵੇਖਣਾ ਪੈਂਦਾ ਹੈ। ਕਰੇ ਪੇਖ ਬਨ ਆਵੇ ਆਡੇ। ਉਹਨਾਂ ਨੇ ਕਈ ਤਰ੍ਹਾਂ ਦੇ ਭੇਖ ਬਣਾਏ ਹੁੰਦੇ, ਕਈ ਤਰ੍ਹਾਂ ਦੇ ਆਪਣੇ ਤਿਲਕ ਲਾ ਕੇ ਨਾ ਭੱਜੇ ਆਉਂਦੇ ਆ ਮੰਗਣ ਲਈ। ਰਹਿ ਇਕਾਂਤ ਪ੍ਰੀਤ ਜਨ ਦੂਰ। ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਦਾਨ ਨਹੀਂ ਕਰਨਾ, ਉਹਨਾਂ ਪੰਡਿਆਂ ਨੂੰ ਨਹੀਂ ਦਾਨ ਕਰਨਾ। ਹਾਂ, ਕੋਈ ਸਿੱਖ ਮਿਲ ਜੇ ਉਹਨਾਂ ਤੀਰਥਾਂ ਤੇ, ਅੰਮ੍ਰਿਤਧਾਰੀ ਖਾਲਸਾ ਮਿਲ ਜੇ, ਉਹਨੂੰ ਦਾਨ ਕਰ। ਜਿਹੜਾ ਕੋਈ ਇਕਾਂਤ ਵਿੱਚ ਬੈਠਾ ਹੈ, ਨਿਰੰਕਾਰ ਦਾ ਭਜਨ ਕਰ ਰਿਹਾ, ਗੁਰੂ ਦਾ ਧਿਆਨ ਆਪਣੇ ਹਿਰਦੇ 'ਚ ਵਸਾ ਕੇ ਬੈਠਾ ਹੈ। ਮਮ ਵਿਚਾਰ ਸੋ ਨਿਤ ਭਰਪੂਰ। ਮੇਰੀ ਵਿਚਾਰ ਨਾਲ ਭਰਿਆ ਹੋਇਆ, ਜਿਸ ਅੰਦਰ ਕੇਵਲ ਮੇਰੀ ਵਿਚਾਰ ਚੱਲਦੀ ਹੈ। ਸਿੱਖ ਪੁਗਾਵੇ ਮੇਰਾ ਸਿੱਖ। ਮਹਾਰਾਜ ਜੀ ਕਹਿੰਦੇ ਉਸ ਨੂੰ ਸਿੱਖ ਭੋਜਨ ਛਕਾਵੇ, ਉਹਦੀ ਸੇਵਾ ਕਰੇ, ਉਹ ਮੇਰੀ ਸੇਵਾ ਹੈ। ਕੇਸ ਭੇਸ ਨਹਿ ਮੇਰੋ ਬ੍ਰਿਖ। ਮਹਾਰਾਜ ਜੀ ਕਹਿੰਦੇ ਜਿਹਨੇ ਕੇਵਲ ਕੇਸਾਂ ਦਾ ਹੀ ਭੇਸ ਬਣਾਇਆ ਕਈ ਬ੍ਰਾਹਮਣਾਂ ਨੇ, ਪਰ ਅੰਦਰ ਉਹਨਾਂ ਦੇ ਸਿੱਖੀ ਨਹੀਂ ਹੈ, ਮਹਾਰਾਜ ਜੀ ਕਹਿੰਦੇ ਉਹ ਤਾਂ ਜ਼ਹਿਰ ਦੇ ਸਮਾਨ ਹਨ। ਦੋਹਰ ਹੋਏ ਸਕੇਸ ਕੇਸ ਬਿਨ ਮੇਰਾ ਹੋਏ ਨਿਸੰਗ। ਮਹਾਰਾਜ ਜੀ ਕਹਿੰਦੇ ਅਗਰ ਕੋਈ ਕੇਸਾਂ ਤੋਂ ਵਿਹੂਣਾ ਹੈ, ਉਹ ਕੇਸਾ ਧਾਰੀ ਹੋ ਕੇ ਮੇਰਾ ਹੋ ਜਾਏ। ਕੇਸ ਰੱਖ ਕੇ ਖੰਡੇ ਦੀ ਪੌਲ ਛਕ ਕੇ ਮੇਰਾ ਹੋ ਜਾਵੇ। ਬਾਮਨ ਸੋਈ ਬਿਆਸ ਸਮ ਦੇਵ ਦਾਨਿਓ ਮੰਗ। ਕਹਿੰਦੇ ਉਹ ਭਾਵੇਂ ਜਾਤੀ ਦਾ ਬ੍ਰਾਹਮਣ ਵੀ ਹੋਵੇ, ਕਹਿੰਦੇ ਉਹਨੂੰ ਦਾਨ ਦੇ ਸਕਦੇ ਆ। ਕੇਸਾਂ ਤੋਂ ਵਿਹੂਣਾ, ਕੇਸ ਰੱਖ ਕੇ ਪੌਲ ਛਕ ਕੇ ਪੰਥ ਦੀ ਮਰਿਆਦਾ 'ਚ ਸ਼ਾਮਲ ਹੋ ਜੇ, ਫਿਰ ਉਹ ਬ੍ਰਾਹਮਣ ਨਹੀਂ ਰਹਿ ਜਾਂਦਾ, ਫਿਰ ਉਹ ਤਾਂ ਖਾਲਸੇ ਦਾ ਰੂਪ ਹੋ ਗਿਆ। ਕਹਿੰਦੇ ਕਿਤੇ ਇਹ ਕਹੋ ਵੀ ਅਸੀਂ ਬ੍ਰਾਹਮਣ ਨੂੰ ਦਾਨ ਨਹੀਂ ਕਰਨਾ, ਕਹਿੰਦੇ ਫਿਰ ਉਹ ਬ੍ਰਾਹਮਣ ਨਹੀਂ ਰਹਿ ਗਿਆ। ਮਹਾਰਾਜ ਜੀ ਕਹਿੰਦੇ ਉਹਨੂੰ ਦਾਨ ਕਰ ਸਕਦੇ ਹਾਂ। ਜਿਹੜਾ ਸਿੰਘ ਸੱਜ ਗਿਆ, ਤਿਆਰ ਬਰ ਤਿਆਰ ਹੋ ਗਿਆ, ਉਹਨੂੰ ਦਾਨ ਦੇ ਸਕਦੇ ਹਾਂ। ਕੰਨਿਆ ਦੇਵੈ ਸਿੱਖ ਕੋ ਲੈਵੈ ਨ ਕੁਛ ਦਾਮ। ਸਾਡੇ ਸਮਾਜ ਵਿੱਚ ਇਹ ਦਸ਼ਾ ਰਹੀ ਹੈ ਕਿ ਲੜਕੀਆਂ ਵੇਚੀਆਂ ਜਾਂਦੀਆਂ ਸੀ ਵਿਆਹ ਵਾਸਤੇ ਤੋਰਨ ਲਈ। ਉਸ ਲੜਕੇ ਵਾਲਿਆਂ ਕੋਲੋਂ ਪੈਸੇ ਤੱਕ ਵੀ ਗਰੀਬ ਪਰਿਵਾਰ ਲੈਂਦੇ ਸੀ। ਹੁਣ ਵੀ ਕਿਤੇ ਕਿਤੇ ਸੁਣਨ ਨੂੰ ਮਿਲਦਾ ਹੈ ਵਰਤਾਰਾ। ਅੱਜ ਦੇ ਸਮੇਂ 'ਚ ਭਾਵੇਂ ਬੜੀ ਤਰੱਕੀ ਹੋ ਗਈ ਹੈ, ਉਹ ਵਰਤਾਰਾ ਅੱਜ ਦੇ ਸਮੇਂ 'ਚ ਵੀ ਇਹ ਕੋੜ ਸਮਾਜ ਨੂੰ ਲੱਗਾ ਹੋਇਆ। ਮਹਾਰਾਜ ਜੀ ਕਹਿੰਦੇ ਜਦੋਂ ਕੰਨਿਆ ਵਿਆਹਣੀ ਹੈ, ਕਿਸੇ ਸਿੱਖ ਨੂੰ ਵਿਆਹਣੀ ਹੈ, ਸਿੱਖ ਨੇ ਆਪਣੀ ਕੰਨਿਆ ਸਿੱਖ ਨੂੰ ਵਿਆਹਣੀ ਹੈ, ਔਰ ਬਦਲੇ 'ਚ ਦਾਮ ਨਹੀਂ ਲੈਣਾ, ਧੀ ਨਹੀਂ ਵੇਚਣੀ। ਧੀ ਭੈਣ ਕਾ ਪੈਸਾ ਖਾਏ, ਰਹਿਤਨਾਮਿਆਂ ਦੇ ਬਚਨ ਨੇ। ਜਿਹੜਾ ਧੀ ਭੈਣ ਦਾ ਪੈਸਾ ਖਾਂਦਾ ਉਹ ਨਰਕਗਾਮੀ ਹੁੰਦਾ। ਹਾਂਜੀ, ਸੋਈ ਮੇਰਾ ਸਿੱਖ ਹੈ ਪਹੁੰਚੈ ਲੈ ਮਮ ਧਾਮ। ਜਿਹੜਾ ਸਿੱਖ ਆਪਣੀ ਕੰਨਿਆ ਸਿੱਖ ਨੂੰ ਵਿਆਹਵੇ ਔਰ ਬਦਲੇ 'ਚ ਦਮੜਾ ਨਾ ਲਵੇ, ਪੈਸਾ ਨਾ ਲਵੇ, ਇਹ ਜਾਣ ਕੇ ਵੀ ਗੁਰੂ ਕਾ ਸਿੱਖ ਹੈ, ਤੇ ਸਿੱਖ ਨੂੰ ਜਾਣ ਕੇ ਸਿੱਖ ਆਪਣੀ ਲੜਕੀ ਵਿਆਹ ਦੇਵੇ। ਪਹਿਲਾਂ ਸਿੱਖੀ ਵੇਖੇ, ਵਰ ਕੋਲ ਸਿੱਖੀ ਹੈ। ਅੱਜ ਕੱਲ ਹੋਰ ਸਾਰਾ ਕੁਝ ਵੇਖਦੇ ਆਂ ਅਸੀਂ, ਸਿੱਖੀ ਨਹੀਂ ਵੇਖਦੇ। ਮਹਾਰਾਜ ਜੀ ਕਹਿੰਦੇ ਸਿੱਖੀ ਵੀ ਵੇਖੋ, ਵੀ ਜਿਹੜਾ ਵਰ ਢੂੰਡ ਰਿਹਾ ਉਹਦੇ ਕੋਲ ਸਿੱਖੀ ਹੈ ਮਹਾਰਾਜ ਜੀ ਦੀ। ਤੇ ਸਿੱਖ ਵੇਖ ਕਰਕੇ ਮਹਾਰਾਜ ਜੀ ਕਹਿੰਦੇ ਪਹਿਲ ਸਿੱਖੀ ਨੂੰ ਦੇਣੀ ਹੈ। ਉਹੋ ਜਿਹਾ ਜਿਹੜਾ ਸਿੱਖ ਹੈ, ਮਹਾਰਾਜ ਕਹਿੰਦੇ ਉਹ ਮੇਰੇ ਘਰ ਪਹੁੰਚਦਾ ਹੈ। ਸਰਵਰ
ਗੁੱਗਾ ਪੀਰ ਜੀ ਜੋਗੀ ਭੂਤ ਨ ਸੇਵ। ਸਰਵਰ ਦੀ ਪੂਜਾ, ਗੂਗੇ ਨੂੰ ਪੂਜਣਾ, ਪੀਰ ਨੂੰ, ਜੋਗੀਆਂ ਨੂੰ, ਭੂਤਾਂ ਨੂੰ ਸੇਵਣਾ। ਕਹਿੰਦੇ ਮੇਰਾ ਸਿੱਖ ਇਹ ਕੰਮ ਨਹੀਂ ਕਰਦਾ। ਗੁਰ ਪੂਜੈ ਸਭ ਕਾਮ ਮੈਂ ਪਹੁੰਚੇ ਮਮ ਕਰ ਏਵ। ਮੇਰਾ ਸਿੱਖ ਕੇਵਲ ਗੁਰੂ ਦੀ ਪੂਜਾ ਕਰੇ, ਔਰ ਗੁਰੂ ਹਰ ਕੰਮ ਵਿੱਚ, ਕੋਈ ਕੰਮ ਹੋਵੇ ਉਸ ਕੰਮ ਵਿੱਚ ਗੁਰੂ ਨੂੰ ਪੂਜਣਾ। ਕਈ ਵਾਰੀ ਸੰਸਾਰ ਦੇ ਬਹੁਤ ਸਾਰੇ ਕੰਮਾਂ ਵਿੱਚ ਕਹਿੰਦੇ ਚਲੋ ਧਰਤੀ ਪੂਜਨ ਕਰੀਏ ਜੀ, ਮਕਾਨ ਬਣਾਉਣਾ। ਜੇ ਧਰਤੀ ਪੂਜਨ ਕਰਨਾ, ਉਸ ਵੇਲੇ ਧਰਤੀ ਨਹੀਂ ਪੂਜਣੀ, ਗੁਰੂ ਨੂੰ ਪੂਜਣਾ। ਮਹਾਰਾਜ ਅਰਦਾਸ ਕਰਨੀ, ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਮਹਾਰਾਜ ਮਕਾਨ ਦਾ ਨੀਂਹ ਪੱਥਰ ਰੱਖਣ ਲੱਗੇ। ਦਰਗਾਹੋਂ ਭੇਜਿਓ ਰਸਤਾ ਬਸਤਾ, ਮਹਾਰਾਜ ਕਮੀ ਨਾ ਆਵੇ। ਨਿਵਾਸ ਕਰੇ ਤੇ ਉਦੋਂ ਗਣੇਸ਼ ਪੂਜਾ ਨਹੀਂ ਕਰਦਾ ਸਿੱਖ, ਗੁਰੂ ਗ੍ਰੰਥ ਸਾਹਿਬ ਦੇ ਚਰਨ ਪਵਾ ਕੇ ਮਹਾਰਾਜ ਜੀ ਦੇ ਅੱਗੇ ਅਰਦਾਸ ਕਰਦਾ। ਮਹਾਰਾਜ ਸੁਹੰਡਣਾ ਕਰਿਓ, ਸੁਖ ਵਰਤਾਇਓ। ਗੁਰਸਿੱਖਾਂ ਦੇ ਚਰਨ ਇੱਥੇ ਪੈਂਦੇ ਰਹਿਣ, ਗੁਰਬਾਣੀ ਦਾ ਭਜਨ ਦਾ ਪ੍ਰਕਾਸ਼ ਹੋਵੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਮੇਰਾ ਸਿੱਖ ਇਹੋ ਜਿਹਾ ਜਿਹੜਾ ਕੇਵਲ ਗੁਰੂ ਨੂੰ ਪੂਜਦਾ ਹੈ। ਜਪ ਆਨੰਦ ਪਾਠ ਜਾਪ ਨਿਤ ਥੋੜਾ ਸਾਰਾ ਸਿੱਖ। ਮਹਾਰਾਜ ਜੀ ਕਹਿੰਦੇ ਜਪਜੀ ਸਾਹਿਬ ਪੜ੍ਹੇ, ਆਨੰਦ ਸਾਹਿਬ ਪੜ੍ਹੇ, ਜਾਪ ਸਾਹਿਬ ਪੜ੍ਹੇ। ਜੇ ਪਹਿਲਾਂ ਸ਼ੁਰੂਆਤ ਵਿੱਚ ਸਾਰਾ ਨਹੀਂ ਪੜ੍ਹ ਹੁੰਦਾ ਤਾਂ ਥੋੜਾ ਥੋੜਾ ਕਰਕੇ ਪੜ੍ਹ ਲਵੇ। ਮਹਾਰਾਜ ਜੀ ਕਹਿੰਦੇ ਸ਼ੁਰੂਆਤ ਵਿੱਚ ਇੱਕੋ ਦਿਨ ਜੇ ਕਹੀਏ ਵੀ ਅੱਜ ਪਹਿਲੇ ਦਿਨ ਬੈਠੇ ਅੱਜ ਹੀ ਸਾਰੀਆਂ ਬਾਣੀਆਂ ਪੜ੍ਹ ਲਾਂਗੇ, 5 ਦੀਆਂ 5 ਨਹੀਂ ਪੜ੍ਹ ਹੁੰਦੀਆਂ। ਸ਼ੁਰੂ ਵਿੱਚ ਥੋੜਾ ਥੋੜਾ ਪਹਿਲਾਂ ਜਪਜੀ ਸਾਹਿਬ ਪੜ੍ਹਦਾ ਸ਼ੁਰੂ ਕਰੇ। ਪੂਰਾ ਨਾ ਪੜ੍ਹਿਆ ਜਾਵੇ, 5 ਪੌੜੀਆਂ ਪੜ੍ਹ ਲਵੇ ਪਹਿਲੀਆਂ ਜਪਜੀ ਸਾਹਿਬ ਦੀਆਂ, ਫਿਰ 10 ਪੜ੍ਹ ਲਵੇ, ਫਿਰ ਹੋਰ ਅਗਲੀਆਂ 10 ਪੜ੍ਹ ਲਵੇ। ਏਦਾਂ ਆਪਣਾ ਅਭਿਆਸ ਬਣਾਵੇ ਬਾਣੀ ਪੜ੍ਹਨ ਦਾ। ਰਹਿ ਰਾਸ ਆਰਤੀ ਸ਼ਬਦ ਪੁਨ ਕੀਰਤਨ ਕਰੈ ਸੁਪਿਖ। ਸਵੇਰ ਦੇ ਸਮੇਂ ਨਿਤਨੇਮ ਕਰੇ, ਜਿਹੜੀਆਂ ਬਾਣੀਆਂ ਦਸੀਆਂ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ, ਆਨੰਦ ਸਾਹਿਬ ਪੜ੍ਹੇ, ਤੇ ਸ਼ਾਮ ਦੇ ਸਮੇਂ ਸੋਦਰ ਰਹਿ ਰਾਸ ਸਾਹਿਬ ਦਾ ਪਾਠ ਕਰੇ ਔਰ ਆਰਤੀ ਦਾ ਜਾਪ ਕਰੇ। ਗੁਰੂ ਘਰ ਦੀ ਇਹੀ ਮਰਜ਼ਾਦਾ ਹੈ। ਅੱਜ ਅੰਮ੍ਰਿਤ ਵੇਲੇ ਨਿਤਨੇਮ ਹੁੰਦਾ 5 ਬਾਣੀਆਂ ਦਾ, ਫਿਰ ਆਸਾ ਜੀ ਦੇ ਬਾਰ ਦੇ ਕੀਰਤਨ, ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ, ਅਰਦਾਸ ਬੇਨਤੀ ਤੋਂ ਬਾਅਦ ਆਰਤੀ ਦਾ ਜਾਪ ਹੋਵੇ, ਫਿਰ ਸੌਣ ਸਮੇਂ ਕੀਰਤਨ ਸੋਹਲੇ ਦਾ ਪਾਠ ਕਰੇ। ਸਿੱਖ ਸਿੱਖਣੀ ਮਿਲ ਬਹਿ ਚਰਚਾ ਕਰੇ ਅਪਾਰ। ਸਿੱਖ ਤੇ ਸਿੱਖਣੀ ਜਦੋਂ ਆਪਸ ਵਿੱਚ ਮਿਲ ਕੇ ਬੈਠਣ, ਮੀਆਂ ਬੀਬੀ ਦੋਵੇਂ ਜਦੋਂ ਬੈਠਣ, ਉਸ ਵੇਲੇ ਵੀ ਵਿਚਾਰ ਗੁਰੂ ਕੀ ਕਰੇ। ਉਸ ਵੇਲੇ ਘਰ ਵਾਲੀ ਕੋਲ ਬਹਿ ਕੇ ਪਰਿਵਾਰ ਦੀ ਨਿੰਦਾ ਚੁਗਲੀ ਨਾ ਕਰੇ। ਤੇਰੀ ਮਾਂ ਨੇ ਆਹ ਗੱਲ ਕਹੀ ਹੈ, ਪਰਿਵਾਰ ਚੋਂ ਆਹ ਫਲਾਣੇ ਨੇ ਆਹ ਕਿਹਾ। ਗੁਰਬਾਣੀ ਦੀ ਵਿਚਾਰ। ਜਦੋਂ ਆਲੇ ਦੁਆਲੇ ਦੀਆਂ ਗੱਲਾਂ ਹੁੰਦੀਆਂ ਉਦੋਂ ਪਰਿਵਾਰਾਂ 'ਚ ਕਲੇਸ਼ ਪੈਂਦੇ। ਇਸ ਕਰਕੇ ਗੁਰਮਤਿ ਦੀ ਵਿਚਾਰ ਹੋਵੇ, ਸਿੱਖ ਸਿੱਖਣੀ ਵਿੱਚ ਵੀ ਬਹਿ ਕੇ ਵਿਚਾਰ ਗੁਰਬਾਣੀ ਦੀ ਚੱਲੇ, ਮਹਾਰਾਜ ਜੀ ਦੇ ਸ਼ਬਦ ਦੀ ਚਰਚਾ ਚੱਲੇ। ਗੁਰਬਾਣੀ ਸੁਣ ਲਓ, ਆਪ ਸੁਣਾ ਲਓ, ਉਹਨੂੰ ਘਰ ਵਾਲੀ ਬੈਠੀ ਆ ਉਹਨੂੰ ਕਹੋ ਭਾਈ ਤੂੰ ਸੁਣਾ ਲੈ। ਏਦਾਂ ਇਹ ਬੜੀਆਂ ਵਧੀਆਂ ਮਰਿਆਦਾਵਾਂ ਨੇ, ਬੜੀਆਂ ਸੁੰਦਰ, ਚਾਹੇ ਇਹ ਨਿੱਕੀਆਂ ਨਿੱਕੀਆਂ ਰੀਤੀਆਂ ਨੇ, ਪਰ ਇਹ ਪਰਿਵਾਰਾਂ ਦੇ ਵਿੱਚ ਸੁੱਖ ਵਧਾਉਂਦੀਆਂ। ਜਦੋਂ ਹੋਰ ਕੋਈ ਗੱਲ ਕਰਨ ਦਾ ਮੌਕਾ ਹੀ ਨਹੀਂ ਹੈ, ਹਮੇਸ਼ਾ ਭਜਨ ਸਿਮਰਨ ਦੀ ਗੱਲ ਹੋਣੀ ਹੈ, ਤੇ ਵਾਦ ਵਿਵਾਦ ਹੀ ਨਹੀਂ ਹੁੰਦੇ, ਕਲੇਸ਼ ਘਰ ਦੇ ਅੱਧੇ ਖਤਮ ਹੋ ਜਾਣਗੇ। ਹਾਂਜੀ। ਭਜਨ ਸਿਖਾਵੇ ਪੁੱਤਰ ਕੋ ਨਿਤ ਭਜ ਬਾਰੰਬਾਰ। ਆਪਣੇ ਬੱਚਿਆਂ ਨੂੰ ਭਜਨ ਸਿਖਾਉਣਾ, ਚਾਹੇ ਪੁੱਤਰ ਹੈ ਚਾਹੇ ਧੀ ਹੈ, ਉਹਨਾਂ ਨੂੰ ਭਜਨ ਸਿਖਾਉਣਾ ਗੁਰਬਾਣੀ ਦਾ। ਉਹਨਾਂ ਨੂੰ ਗੁਰਬਾਣੀ ਪੜ੍ਹਨ ਵਾਲੇ ਪਾਸੇ ਪ੍ਰੇਰਿਤ ਕਰਨਾ। ਜਿੱਥੇ ਹੋਰ ਪੜ੍ਹਾਈਆਂ ਪੜ੍ਹਾਉਣ ਲਈ ਉਤਸ਼ਾਹਿਤ ਕਰਦੇ ਆ ਬੱਚਿਆਂ ਨੂੰ, ਉੱਥੇ ਉਹਨਾਂ ਨੂੰ ਬਾਣੀ ਪੜ੍ਹਨ ਵਾਸਤੇ ਉਤਸ਼ਾਹਿਤ ਕਰਨਾ। ਜਪਜੀ ਸਾਹਿਬ ਦੀ ਬਾਣੀ ਪੜ੍ਹਨ ਲਾਓ। ਪਹਿਲੇ ਬੱਚੇ ਸਹਿਜੇ ਸਹਿਜੇ ਜਪਜੀ ਸਾਹਿਬ ਪੜ੍ਹਨਗੇ, ਫਿਰ ਜਾਪ ਸਾਹਿਬ, ਫਿਰ ਅੱਗੇ ਅੱਗੇ ਹੋਰ ਬਾਣੀਆਂ। ਬੜੇ ਗੁਰਸਿੱਖ ਪਰਿਵਾਰਾਂ ਵਿੱਚ ਇਹ ਮਰਿਆਦਾ ਮਹਾਰਾਜ ਜੀ ਦੀ ਲਾਗੂ ਹੈ। ਬਹੁਤ ਸਾਰੇ ਸਿੱਖ ਬੱਚੇ ਜਿਨ੍ਹਾਂ ਨੂੰ ਗੁਰਬਾਣੀਆਂ ਕੰਠ ਨੇ, ਬਹੁਤ ਸਾਰੀਆਂ ਬਾਣੀਆਂ ਉਹਨਾਂ ਜ਼ੁਬਾਨੀ ਕੰਠ ਕੀਤੀਆਂ ਹੋਈਆਂ। ਪਰਿਵਾਰ ਵਿੱਚੋਂ ਮਾਂ ਪਿਓ ਕੋਲੋਂ ਗੁੜਤੀ ਮਿਲੀ ਆ ਉਹਨਾਂ ਬੱਚਿਆਂ ਨੂੰ, ਉਹ ਗੁਰਬਾਣੀ ਕੰਠ ਕਰਕੇ ਗੁਰਬਾਣੀ ਦਾ ਜਾਪ ਕਰਦੇ।
ਤੋ ਮਹਾਰਾਜ ਜੀ ਕਹਿੰਦੇ ਭਾਈ ਸਿੱਖ ਆਪਣੇ ਬੱਚਿਆਂ ਨੂੰ ਗੁਰਬਾਣੀ ਪੜ੍ਹਨ ਵਾਸਤੇ ਉਤਸ਼ਾਹਿਤ ਕਰੇ, ਪ੍ਰੇਰਿਤ ਕਰੇ। ਖਤਰੀ ਵੈਸ਼ ਕੇ ਸ਼ੂਦਰ ਸਿੱਖ ਸ਼ਰਾਧ ਪਿਤਰ ਕੋ ਜਾਨ। ਭਾਵੇਂ ਕੋਈ ਖੱਤਰੀ ਹੈ, ਵੈਸ਼ ਹੈ, ਸ਼ੂਦਰ ਹੈ, ਬ੍ਰਾਹਮਣ ਹੈ, ਸਿੱਖ ਦਾ ਕਰਮ ਨਹੀਂ ਸ਼ਰਾਧ ਕਰੇ। ਸਿੱਖ ਦਾ ਕਰਮ ਨਹੀਂ ਹੈ ਵੀ ਉਹ ਸ਼ਰਾਧ ਕਰੇ। ਸਿੱਖ ਦਾ ਕਰਮ ਹੈ ਜੀਵਤ ਪਿਤਰਾਂ ਦੀ ਸੇਵਾ ਕਰੇ। ਕਰੈ ਕਰਾਵੇ ਬਿਪਰ ਸਿੱਖ ਆਨ ਬਿਪਰ ਨਹਿਮਾਨ। ਜੇ ਭੋਜਨ ਛਕਾਣਾ ਹੋਵੇ ਤੇ ਬ੍ਰਾਹਮਣਾਂ ਨੂੰ ਨਹੀਂ ਛਕਾਣਾ। ਸਿੱਖ ਨੇ ਘਰ ਵਿੱਚ 5 ਸਿੱਖਾਂ ਨੂੰ ਸੱਦ ਕੇ ਸਿੰਘਾਂ ਨੂੰ ਉਹਨਾਂ ਨੂੰ ਭੋਜਨ ਛਕਾਉਣ ਦੀ ਮਰਿਆਦਾ ਹੈ। ਦੇ ਕੋ ਦਾਨ ਜੋ ਸਿੱਖ ਮਮ ਗ੍ਰਾਹਕ ਜਾਵੇ ਨਰਕ। ਕਈ ਵਾਰੀ ਖੋਟਾ ਦਾਨ ਕਈ ਕਿਤੋਂ ਮਿਲਦਾ ਤੇ ਖੋਟਾ ਦਾਨ ਕਰਨ ਵਾਲਾ, ਖੋਟਾ ਦਾਨ ਕਿਹੜਾ ਹੁੰਦਾ ਵੀ ਜਿਹੜਾ ਦੁਰਾਚਾਰ ਕਰਕੇ ਮਾੜੇ ਭੈੜੇ ਤਰੀਕੇ ਨਾਲ ਲਿਆਂਦਾ ਪੈਸਾ ਹੁੰਦਾ ਹੈ। ਉਹ ਬੰਦੇ ਫਿਰ ਸੋਚਦੇ ਆ ਵੀ ਮੈਂ ਇਹਦੇ ਚ ਥੋੜਾ ਬਹੁਤਾ ਦਾਨ ਕਰ ਦਿਆਂ ਤੇ ਮੇਰਾ ਭਲਾ ਹੋ ਜਾਏਗਾ। ਉਹ ਤਾਂ ਕੀਤਾ ਉਹਨੇ ਆਪਣੇ ਭਲੇ ਲਈ, ਤੇ ਜਿਹਨੂੰ ਪਤਾ ਸੀ ਵੀ ਇਹਦੇ ਪੈਸੇ ਮਾੜੇ ਨੇ ਉਹ ਸਿੱਖ ਜਾ ਕੇ ਉਹਦੇ ਕੋਲੋਂ ਦਾਨ ਲੈ ਲਵੇ। ਉਹ ਗ੍ਰਹਿਣ ਕਰਨ ਵਾਲਾ ਮਹਾਰਾਜ ਜੀ ਕਹਿੰਦੇ ਪਾਪਾਂ ਦਾ ਭਾਗੀਦਾਰ ਹੁੰਦਾ ਹੈ। ਦੇਣ ਵਾਲਾ ਤਾਂ ਕਰ ਲਿਆ, ਆਪਣੇ ਕਹਿੰਦਾ ਆਪਣਾ ਭਲਾ ਵੀ ਮੈਂ ਤਾਂ ਭਲਾ ਕਰਨਾ, ਪਰ ਜਿਹੜਾ ਲੈਂਦਾ ਹੈ ਕੁਦਾਨ ਖੋਟਾ ਦਾਨ, ਮਹਾਰਾਜ ਜੀ ਕਹਿੰਦੇ ਫਿਰ ਉਹਦਾ ਭਲਾ ਨਹੀਂ ਹੁੰਦਾ। ਤਦੇ ਤੇ ਮਲਕ ਭਾਗੋ ਦੀਆਂ ਰੋਟੀਆਂ ਨਹੀਂ ਖਾਧੀਆਂ ਗੁਰੂ ਨਾਨਕ ਸਾਹਿਬ ਨੇ। ਮਹਾਰਾਜ ਜੀ ਕਹਿੰਦੇ ਇਹਦੇ ਚ ਲਹੂ ਹੈ ਗਰੀਬਾਂ ਦਾ, ਇਹ ਕਿਵੇਂ ਅਸੀਂ ਖਾ ਲਈਏ? ਸਾਰਾ ਸਾਲ ਤੂੰ ਲੋਕਾਂ ਤੇ ਕਰ ਲਾ ਲਾ ਕੇ ਪੈਸਾ ਇਕੱਠਾ ਕਰਦਾ, ਇੱਕ ਦਿਨ ਲੰਗਰ ਲਾ ਦਿੰਦਾ ਵਾਹ ਖੱਟਣ ਵਾਸਤੇ। ਉਹ ਜਿਹੜਾ ਕੁਦਾਨ ਲੈਂਦਾ ਨਾ, ਖੋਟਾ ਦਾਨ ਗ੍ਰਹਿਣ ਕਰਨ ਵਾਲਾ ਜਿਹੜਾ ਉਹਦੇ ਕੋਲ ਲਵੇਗਾ, ਮਹਾਰਾਜ ਜੀ ਕਹਿੰਦੇ ਭਾਈ ਉਹਨੂੰ ਦੁੱਖ ਭੋਗਣਾ ਪਵੇਗਾ। ਹਾਂਜੀ, ਆਪਨ ਭਲਾ ਤਾਂ ਕੋ ਬੁਰੋ ਤਾਹੀ ਤੇ ਕਰ ਫਰਕ। ਦੇਣ ਵਾਲਾ ਤਾਂ ਦਾਨ ਦੇ ਰਿਹਾ ਆਪਣੇ ਭਲੇ ਲਈ, ਪਰ ਲੈਣ ਵਾਲੇ ਦਾ ਬੁਰਾ ਹੋ ਜਾਂਦਾ। ਖੋਟਾ ਦਾਨ ਹਮੇਸ਼ਾ ਜਿਹੜਾ ਕੋਈ ਲੈ ਕੇ ਆਉਂਦਾ ਉਹਦੇ ਘਰ ਵਿੱਚ ਸੁੱਖ ਨਹੀਂ। ਉਸ ਖੋਟੇ ਦਾਨ ਦੇ ਨਾਲ ਉਹ ਜਿਹੜਾ ਦਾਨ ਮਿਲ ਵੀ ਜਾਵੇ ਤੇ ਉਸ ਦਾਨ ਦੇ ਨਾਲ ਉਹ ਜਿੰਨਾ ਮਿਲਦਾ ਉਹਦੇ ਨਾਲ ਦੁੱਗਣਾ ਹੋ ਕੇ ਨਿਕਲ ਜਾਂਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਖੋਟੇ ਦਾਨ ਤੋਂ ਜਿਹੜਾ ਸਿੱਖ ਹੈ ਉਹ ਫਰਕ ਰੱਖੇ। ਖੋਟਾ ਦਾਨ ਸਿੱਖ ਨੇ ਨਹੀਂ ਲੈਣਾ। ਗੁਰੂ ਭਰੋਸਾ ਆਸ ਗੁਰ ਨਹੀਂ ਕੋ ਲੋਕ ਪਰਲੋਕ। ਗੁਰੂ ਕੇ ਸਿੱਖ ਨੇ ਗੁਰੂ ਤੇ ਭਰੋਸਾ ਰੱਖਣਾ, ਆਸ ਗੁਰੂ ਤੇ ਰੱਖਣੀ ਹੈ। ਕੇਵਲ ਗੁਰੂ ਤੇ ਹੀ ਭਰੋਸਾ ਰੱਖਣਾ ਤੇ ਸਮਝਣਾ ਕਿ ਲੋਕ ਤੇ ਪਰਲੋਕ ਵਿੱਚ ਮੇਰਾ ਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ। ਇਸ ਲੋਕ ਵਿੱਚ ਵੀ ਔਰ ਪਰਲੋਕ ਵਿੱਚ ਵੀ ਮੇਰਾ ਗੁਰੂ ਰਾਖਾ ਹੈ। ਗਿਆਨ ਧਿਆਨ ਇਸ਼ਨਾਨ ਜੁਤ ਸਿੱਖੀ ਰੀਤ ਅਸ਼ੋਕ। ਗਿਆਨ ਧਿਆਨ ਇਸ਼ਨਾਨ ਸਹਿਤ ਸਿੱਖੀ ਦੀ ਜਿਹੜੀ ਰੀਤ ਹੈ, ਮਰਜ਼ਾਦਾ ਹੈ, ਉਹਨੂੰ ਸ਼ੋਕ ਰਹਿਤ ਹੋ ਕੇ ਸਿੱਖ ਪਾਲੇ। ਗਿਆਨ ਵਿੱਚ ਵੀ ਪਰਪੱਕ ਰਹੇ, ਗੁਰੂ ਕੇ ਧਿਆਨ ਵਿੱਚ ਵੀ ਔਰ ਇਸ਼ਨਾਨ ਵਿੱਚ ਵੀ। ਸਿੱਖੀ ਦੀ ਜਿਹੜੀ ਮਰਿਆਦਾ ਹੈ, ਸਿੱਖੀ ਦੀ ਜਿਹੜੀਆਂ ਉੱਪਰ ਸਾਰੀ ਇਹ ਰਹਿਤ ਮਰਿਆਦਾ ਹੀ ਚੱਲ ਰਹੀ ਹੈ, ਗੁਰੂ ਸਾਹਿਬ ਦੀ ਦੱਸੀ ਹੋਈ ਰਹਿਣੀ ਚੱਲ ਰਹੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਰੀਤੀ ਦੀ ਪਾਲਣਾ ਜਿਹੜੀ ਹੈ ਉਹ ਗੁਰੂ ਕੇ ਸਿੱਖ ਨੇ ਹਮੇਸ਼ਾ ਕਰਨੀ ਹੈ। ਪਰ ਨਾਰੀ ਰਮਤਾ ਜੋਈ ਪੜੈ ਪਾਰਸੀ ਜੀਵ। ਜਿਹੜਾ ਪਰ ਇਸਤਰੀ ਜਾਂ ਪਰ ਪੁਰਖਗਾਮੀ ਜੀਵ ਹੈ, ਮਹਾਰਾਜ ਜੀ ਕਹਿੰਦੇ ਇਹੋ ਜਿਹੇ ਦਾ ਕਦੇ ਵੀ ਮੇਰਾ ਸਿੱਖ ਸੰਗ ਨਾ ਕਰੇ। ਜਿਹੜਾ ਕੇਵਲ ਫਾਰਸੀ ਪੜ੍ਹਦਾ ਹੈ, ਗੁਰਬਾਣੀ ਉਹਨੂੰ ਚੰਗੀ ਨਹੀਂ ਲੱਗਦੀ ਤੇ ਫਾਰਸੀ ਪੜ੍ਹਨ ਲਈ ਕਾਜ਼ੀਆਂ ਮੌਲਵੀਆਂ ਦੇ ਕੋਲ ਤੁਰਿਆ ਹੋਇਆ ਹੈ, ਔਰ ਗੁਰਬਾਣੀ ਪੜ੍ਹਨ ਵਾਸਤੇ ਉਹਦੇ ਮਨ 'ਚ ਸ਼ੌਂਕ ਹੀ ਨਹੀਂ ਹੈ। ਕਹਿੰਦੇ ਕੇਵਲ ਫਾਰਸੀ ਪੜ੍ਹਨ ਵਾਲੇ ਨਾਲ ਵੀ ਸਿੱਖ ਦਾ ਕੋਈ ਵਾਸਤਾ ਨਹੀਂ। ਹਾਂ, ਜਾਣਕਾਰੀ ਲਈ ਤੁਸੀਂ ਭਾਸ਼ਾ ਲੈ ਸਕਦੇ ਹੋ, ਪੜ੍ਹ ਸਕਦੇ ਹੋ, ਪਰ ਆਖੋ ਜੀ ਅਸੀਂ ਤਾਂ ਜਪਜੀ ਸਾਹਿਬ ਵੀ ਫਾਰਸੀ 'ਚ ਪੜ੍ਹਨਾ, ਅਸੀਂ ਨਹੀਂ ਪੜ੍ਹਨੀ ਗੁਰਮੁਖੀ। ਤੇ ਪਾਤਸ਼ਾਹ ਕਹਿੰਦੇ ਫਿਰ ਇਹੋ ਜਿਹਿਆਂ ਤੋਂ ਵੀ ਦੂਰ ਰਹਿਣਾ। ਨਾ ਮੈਂ ਤਾਂ ਕਾ ਨਾਹੇ ਮਨ ਸਿੱਖ ਨਾ ਤਿਸ ਜਲ ਪੀਵ। ਜਿਹੜਾ ਪਰ ਨਾਰੀ ਗਾਮੀ ਪੁਰਸ਼ ਹੈ ਜਾਂ ਜਿਹੜਾ ਗੁਰਬਾਣੀ ਨੂੰ ਛੱਡ ਕੇ ਫਾਰਸੀ ਨੂੰ ਤਰਜੀਹ ਦਿੰਦਾ, ਹੋਰ ਗ੍ਰੰਥਾਂ ਨੂੰ ਤਰਜੀਹ ਦਿੰਦਾ, ਹੋਵੇ ਸਿੱਖ, ਗੁਰਬਾਣੀ ਨਾ ਪੜ੍ਹੇ।
ਕਹਿੰਦੇ ਇਹੋ ਜਿਹੇ ਬੰਦੇ ਦੇ ਹੱਥ ਦਾ ਤਾਂ ਮੇਰਾ ਸਿੱਖ ਪਾਣੀ ਵੀ ਨਾ ਪੀਵੇ, ਜਲ ਵੀ ਨਾ ਗ੍ਰਹਿਣ ਕਰੇ, ਉਹ ਨਾ ਮੇਰਾ ਸਿੱਖ ਹੈ ਤੇ ਨਾ ਮੈਂ ਉਹਦਾ ਗੁਰੂ ਹਾਂ। ਪੜ੍ਹ ਫਾਰਸੀ ਜਾਹੇ ਕਰ ਤਾਂ ਕਾ ਨਹੀਂ ਵਿਸਾਹੋ। ਜਿਹੜਾ ਕੇਵਲ ਫਾਰਸੀ ਪੜ੍ਹੇ, ਇੱਥੇ ਬਾਰ-ਬਾਰ ਬੇਨਤੀ ਇਹੀ ਹੈ ਕਿ ਫਾਰਸੀ ਵਿੱਚ ਗੁਰਬਾਣੀ ਵੀ ਮਹਾਰਾਜ ਜੀ ਨੇ ਉਚਾਰੀ ਫਾਰਸੀ ਦੇ ਅੱਖਰਾਂ 'ਚ। ਜਾਣਕਾਰੀ ਲਈ ਕੋਈ ਵੀ ਭਾਸ਼ਾ ਪੜ੍ਹੇ ਸਿੱਖ, ਪਰ ਪਹਿਲ ਗੁਰੂ ਕੀ ਬਾਣੀ ਨੂੰ ਦੇਣੀ ਹੈ, ਗੁਰਮੁਖੀ ਨੂੰ। ਗੁਰਮੁਖੀ ਤੋਂ ਬਾਅਦ ਬਾਕੀ ਸਾਰੀਆਂ ਭਾਸ਼ਾਵਾਂ ਸਾਡੇ ਲਈ ਬਾਅਦ ਵਿੱਚ ਨੇ, ਪਹਿਲਾਂ ਸਾਡੇ ਲਈ ਗੁਰਮੁਖੀ ਹੈ, ਗੁਰਬਾਣੀ। ਹਾਂਜੀ। ਤਾਂ ਕਾ ਸੁਹੈ ਨਾ ਖਾਈਏ ਤਜਿਓ ਧਰਮ ਕੋ ਰਾਹੋ। ਇਹਨੇ ਧਰਮ ਦਾ ਰਾਹ ਛੱਡ ਦਿੱਤਾ ਹੈ, ਔਰ ਫਾਰਸੀ ਪੜ੍ਹਨ ਲਈ ਕਾਜ਼ੀਆਂ ਮੌਲਵੀਆਂ ਦਾ ਜਾ ਕੇ ਜੂਠਾ ਖਾਂਦਾ, ਕਿਉਂਕਿ ਫਾਰਸੀ ਦਾ ਉਹਨਾਂ ਨੇ ਪੜ੍ਹਾਣੀ ਆ, ਮੌਲਵੀਆਂ ਕਾਜ਼ੀਆਂ ਨੇ, ਪਰ ਉਹਨਾਂ ਕੋਲ ਜਾ ਕੇ ਉਹਨਾਂ ਦਾ ਜੂਠਾ ਵੀ ਖਾਈ ਜਾਂਦਾ, ਉਹਨਾਂ ਦੇ ਭਾਂਡਿਆਂ ਵਿੱਚ ਹੀ ਖਾਈ ਜਾਵੇ। ਕਹਿੰਦੇ ਭਾਈ ਇਹੋ ਜਿਹੇ ਬੰਦੇ ਦੇ ਹੱਥ ਦਾ ਛੂਹਿਆ ਹੋਇਆ ਭੋਜਨ ਵੀ ਤੁਸੀਂ ਨਹੀਂ ਗ੍ਰਹਿਣ ਕਰਨਾ। ਹਾਂਜੀ। ਸ਼ਰਾਧ ਕਰਾਈ ਵਿਆਹ ਧਨ ਮਮ ਸਿੱਖ ਬਿਪਰਜ ਖਾਹੇ। ਮਹਾਰਾਜ ਜੀ ਕਹਿੰਦੇ ਸ਼ਰਾਧਾਂ ਦਾ ਧਾਨ ਜਾਂ ਕਿਸੇ ਦੀ ਧੀ ਭੈਣ ਦੇ ਵਿਆਹ ਦਾ ਧਾਨ, ਕਹਿੰਦੇ ਜਿਹੜਾ ਸਿੱਖ ਖਾਵੇ ਉਹ ਮੇਰਾ ਸਿੱਖ ਨਹੀਂ ਹੈ। ਜਿਹੜਾ ਮੇਰਾ ਸਿੱਖ ਹੈ ਉਹ ਭਾਵੇਂ ਬ੍ਰਾਹਮਣ ਤੋਂ ਵੀ ਸਿੱਖ ਬਣਿਆ, ਕਹਿੰਦੇ ਉਹ ਨਾ ਤਾਂ ਸ਼ਰਾਧ ਦਾ ਅੰਨ ਖਾਵੇ, ਸ਼ਰਾਧ ਦਾ ਧਾਨ ਵੀ ਨਾ ਖਾਵੇ, ਤੇ ਨਾ ਹੀ ਕਿਸੇ ਸਿੱਖ ਦੀ ਲੜਕੀ ਦੇ ਵਿਆਹ ਦਾ ਧਾਨ ਖਾਵੇ। ਸੋ ਭੇਖੀ ਪਾਪੀ ਅਦਿਕ ਆਤ ਥਨ ਦੇਹ ਜੋ ਨਾਹੇ। ਕਹਿੰਦੇ ਉਹ ਭੇਖੀ ਹੈ, ਇਹੋ ਜਿਹਾ ਬੰਦਾ, ਉਹ ਪਾਪੀ ਵੀ ਹੈ। ਕੌਣ? ਜਿਹੜਾ ਅਤਿਥੀ ਦੀ ਸੇਵਾ ਨਹੀਂ ਕਰਦਾ। ਅਤਿਥੀ ਕਿਸ ਨੂੰ ਕਹਿੰਦੇ ਨੇ? ਅਤਿਥੀ, ਤਿਥੀ ਨਾਮ ਤਰੀਕ ਦਾ ਹੁੰਦਾ, ਆ ਨਾਮ ਤਿਥੀ ਤੋਂ ਰਹਿਤ ਕਦੇ ਵੀ ਆ ਜਾਏ ਘਰ ਵਿੱਚ ਕੋਈ, ਜਿਹੜਾ ਦੱਸ ਕੇ ਨਾ ਆਵੇ ਵੀ ਮੈਂ ਕਿਹੜੀ ਤਰੀਕ ਨੂੰ ਆਉਣਾ। ਅਤਿਥੀ ਦਾ ਮਤਲਬ ਹੀ ਹੈ ਨਾ ਵੀ ਬਿਨਾਂ ਦੱਸਿਆ, ਬਿਨਾਂ ਅਚਾਨਕ ਆ ਜਾਏ ਘਰ ਵਿੱਚ, ਉਹਦੀ ਸੇਵਾ ਨਾ ਕਰੇ, ਉਹਨੂੰ ਭੋਜਨ ਨਾ ਛਕਾਵੇ, ਜਲ ਪਾਣੀ ਨਾ ਪੁੱਛੇ। ਕਹਿੰਦੇ ਭਾਈ ਇਹੋ ਜਿਹਾ ਹੋਵੇ ਸਿੱਖ, ਸਿੱਖ ਦੇ ਘਰ ਆਇਆ, ਉਹ ਸਿੱਖ ਭੇਖੀ ਹੈ, ਉਹ ਪਾਪੀ ਵੀ ਹੈ, ਜਿਹੜਾ ਆਪਣੇ ਘਰ ਆਏ ਹੋਏ ਕਿਸੇ ਅਤਿਥੀ ਦੀ ਜਲ ਪਾਣੀ ਨਾਲ ਸੇਵਾ ਨਾ ਕਰੇ, ਉਹਨੂੰ ਭੋਜਨ ਨਾ ਛਕਾਵੇ। ਹਾਂਜੀ। ਗ੍ਰਹਿ ਪੂਜਾ ਪੁਨ ਗਾਇਤਰੀ ਵੇਦ ਦਾਮ ਲੈ ਵਿਪਰ। ਕਹਿੰਦੇ ਕਈ ਨੇ ਜਿਹੜੇ ਗ੍ਰਹਿ ਪੂਜਾ ਦੇ ਨਾਂ ਦੇ ਉੱਤੇ ਜਾਂ ਗਾਇਤਰੀ ਨੂੰ ਵੇਚ ਕੇ, ਮੰਤਰਾਂ ਨੂੰ ਵੇਚ ਕੇ ਬ੍ਰਾਹਮਣ ਜਿਹੜੇ ਸਨ ਉਹ ਦਾਮ ਆਦਿਕ ਲੈਂਦੇ ਸਨ। ਗ੍ਰਹਿਣ ਦਾਨ ਛਾਇਆ ਪਸ਼ੂ ਖਾਵਤ ਨਰਕੀ ਛਿਪਰ। ਕਹਿੰਦੇ ਫਿਰ ਗ੍ਰਹਿਣ ਦੇ ਸਮੇਂ ਦਾਨ ਲੈ ਕੇ ਖਾਣਾ ਬ੍ਰਾਹਮਣਾਂ ਦਾ ਇਹ ਕੰਮ ਸੀ। ਫਿਰ ਛਾਇਆ ਦਾ ਦਾਨ, ਛਾਇਆ ਪਾਤਰ ਦਾ ਦਾਨ ਹੁੰਦਾ, ਫਿਰ ਕਿਸੇ ਪਸ਼ੂ ਦਾ ਦਾਨ। ਇਸੇ ਤਰ੍ਹਾਂ ਕਹਿੰਦੇ ਜਿਹੜਾ ਏਦਾਂ ਦਾ ਦਾਨ ਖਾਣ ਵਾਲੇ ਬ੍ਰਾਹਮਣ ਨੇ ਨਾ, ਉਹ ਨਰਕ ਪੈਂਦੇ ਹਨ, ਉਹਨਾਂ ਨੂੰ ਨਰਕਾਂ 'ਚ ਜਾਣਾ ਪੈਂਦਾ ਹੈ। ਗ੍ਰਹਿਣ ਸਮੈ ਪੂਜਾ ਜਪੈ ਤਰਪਨ ਹੋਮ ਇਸ਼ਨਾਨ। ਮਹਾਰਾਜ ਜੀ ਕਹਿੰਦੇ ਗ੍ਰਹਿਣ ਸਮੇਂ ਬ੍ਰਾਹਮਣ ਦਾਨ ਲੈਂਦੇ ਨੇ, ਖਾਲਸਾ ਗ੍ਰਹਿਣ ਸਮੇਂ ਪਰਮੇਸ਼ਰ ਦਾ ਭਜਨ ਕਰਦਾ, ਅਕਾਲ ਪੁਰਖ ਦੀ ਪੂਜਾ ਕਰਦਾ, ਨਿਰੰਕਾਰ ਦੇ ਜਾਪ ਨੂੰ ਜਪਦਾ ਹੈ। ਛੁਟੇ ਗ੍ਰਹਿਣ ਦੇ ਦਾਨ ਕੋ ਸੋ ਮਮ ਸਿੱਖ ਸ਼ੁਭ ਜਾਨ। ਗ੍ਰਹਿਣ ਸਮੇਂ ਸਿੱਖ ਕਿਸੇ ਹੋਰ ਵਹਿਮ ਭਰਮ ਦੇ ਵਿੱਚ ਪੈਣ ਦੀ ਬਜਾਏ ਪਰਮੇਸ਼ਰ ਦਾ ਜਦੋਂ ਭਜਨ ਕਰਦਾ, ਮਹਾਰਾਜ ਜੀ ਕਹਿੰਦੇ ਉਹ ਸਿੱਖ ਮੇਰਾ ਸ਼ੁਭ ਸਿੱਖ ਹੈ। ਦਾਨ ਲੈ ਜੋ ਗ੍ਰਹਿਣ ਮੈਂ ਆਤਮ ਘਾਤੀ ਮੂੜ। ਲੋਕਾਂ ਨੂੰ ਡਰਾ ਕੇ ਵੀ ਗ੍ਰਹਿਣ ਲੱਗਾ ਹੋਇਆ ਦਾਨ ਕਰੋ, ਇਹੀ ਕੁਝ ਕਰਦੇ ਸੀ ਨਾ ਮਹਾਰਾਜ ਗੁਰੂ ਨਾਨਕ ਸਾਹਿਬ ਨੇ, ਤਾਂ ਹੀ ਵਰਜਿਆ ਜਾ ਕੇ ਕੁਰਸ਼ੇਤਰ ਗ੍ਰਹਿਣ ਹੀ ਲੱਗਾ ਹੋਇਆ ਸੀ। ਕਹਿੰਦੇ ਜਿਹੜਾ ਗ੍ਰਹਿਣ ਦਾ ਡਰਾਵਾ ਪਾ ਕੇ ਲੋਕਾਂ ਕੋਲੋਂ ਦਾਨ ਲੈ ਕੇ ਖਾਂਦੇ ਨੇ, ਉਹ ਮੂਰਖ ਹੈ ਔਰ ਆਤਮਘਾਤੀ ਹੈ। ਮੇਰਾ ਸਿੱਖ ਤਿਸ ਵਿਪਰ ਕੋ ਗੇਰੇ ਕੂਪਨ ਗੂੜ। ਮੇਰਾ ਸਿੱਖ ਇਹੋ ਜਿਹੇ ਬ੍ਰਾਹਮਣ ਤੋਂ ਦੂਰ ਰਹੇ, ਵੀ ਇਹੋ ਜਿਹਾ ਕੋਈ ਬ੍ਰਾਹਮਣ ਆ ਜੇ ਆਖੇ ਸਿੱਖਾ ਗ੍ਰਹਿਣ ਲੱਗਾ ਹੋਇਆ ਦਾਨ ਕਰ, ਤੇ ਕਹਿੰਦੇ ਸਿੱਖ ਉਹਨੂੰ ਦਾਨ ਨਾ ਕਰੇ ਗ੍ਰਹਿਣ ਤੋਂ ਡਰ ਕੇ, ਕਹਿੰਦੇ ਸਗੋਂ ਦਾ ਤਿਆਗ ਕਰ ਦੇਵੇ। ਦਾਨ ਪਤ ਗ੍ਰਹਿ ਨਿਰਤਨਾ ਲੇਤ ਕੁਲੀਨੀ ਜੋਏ। ਕਹਿੰਦੇ ਭਾਈ ਜਿਹੜਾ ਆਪਣੇ ਧਰਮ 'ਚ ਪਰਪੱਕ ਹੈ, ਘਰ ਦੇ ਵਿੱਚ ਜੇ ਮੰਨ ਲਓ ਬਹੁਤ ਗਰੀਬੀ ਵੀ ਹੈ, ਤੇ ਫਿਰ ਵੀ ਉਹ ਕਹੇ ਗਰੀਬੀ ਦੇ ਕਰਕੇ ਜੀ ਮੈਂ ਤਾਂ ਇਹ ਗ੍ਰਹਿਣ ਦਾ ਦਾਨ ਲਿਆ,
ਮਹਾਰਾਜ ਜੀ ਕਹਿੰਦੇ ਉਹਨੂੰ ਵੀ ਯੋਗ ਨਹੀਂ ਹੈ। ਭਾਵੇਂ ਅੱਤ ਦੀ ਗਰੀਬੀ ਹੋਵੇ, ਪਰ ਗ੍ਰਹਿਣ ਸਮੇਂ ਜਿਹੜਾ ਲੋਕਾਂ ਨੂੰ ਡਰਾ ਕੇ ਲਿਆ ਹੋਇਆ ਦਾਨ ਹੈ, ਕਿਸੇ ਤਰ੍ਹਾਂ ਦਾ ਵੀ ਡਰਾਵਾ ਦੇ ਕੇ ਉਹ ਦਾਨ ਨਾ ਲਵੇ। ਸਮ ਮਲੇਸ਼ ਹੋਏ ਵਿਪਰਤਾ ਤਾਹੇ ਸਵਰਗ ਨ ਹੋਏ। ਇਹੋ ਜਿਹਾ ਬ੍ਰਾਹਮਣ ਜਿਹੜਾ ਲੋਕਾਂ ਨੂੰ ਡਰਾ ਕੇ ਉਹਦੇ ਤੋਂ ਦਾਨ ਲੈਂਦਾ, ਤੇਰੇ ਤੇ ਰਾਹੂ ਭਾਰੀ ਹੋ ਗਿਆ, ਕੇਤੂ ਭਾਰੀ ਹੋ ਗਿਆ, ਕਹਿੰਦੇ ਇਹੋ ਜਿਹਾ ਬ੍ਰਾਹਮਣ ਨਰਕਾਂ ਵਿੱਚ ਪੈਂਦਾ, ਉਹਨੂੰ ਕਦੇ ਸਵਰਗ 'ਚ ਥਾਂ ਨਹੀਂ ਮਿਲਦੀ। ਕੰਨਿਆ ਤਨ ਜੋ ਗ੍ਰਹਣ ਤਨ ਦੇਵ ਪੂਜ ਜੋ ਖਾਏ। ਕੰਨਿਆ ਨੂੰ ਵੇਚ ਕੇ ਉਹਦਾ ਪੈਸਾ ਖਾਣ ਵਾਲੇ, ਗ੍ਰਹਿਣ ਸਮੇਂ ਦਾਨ ਲੈ ਕੇ ਖਾਣ ਵਾਲੇ, ਜਾਂ ਫਿਰ ਕੇਵਲ ਲੋਕਾਂ ਨੂੰ ਠੱਗਣ ਵਾਸਤੇ ਪੂਜਾ ਦਾ ਧਾਨ ਖਾਣ ਵਾਲੇ। ਇਹਾਂ ਤਜੈ ਤਹਿ ਕੋ ਸਕਲ ਭਲੀ ਨ ਗਤ ਕੋ ਪਾਏ। ਮਹਾਰਾਜ ਜੀ ਕਹਿੰਦੇ ਇਹੋ ਜਿਹਾ ਲੋਕਾਂ ਨੂੰ ਕਦੇ ਮੁਕਤੀ ਪ੍ਰਾਪਤ ਨਹੀਂ ਹੁੰਦੀ। ਮੇਰਾ ਸਿੱਖ ਗ੍ਰੰਥ ਕੀ ਪੂਜਾ ਲੈ ਅਰਦਾਸ ਲਿਖ ਪਾਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਮੇਰਾ ਸਿੱਖ ਹੈ ਉਹ ਗੁਰੂ ਗ੍ਰੰਥ ਸਾਹਿਬ ਨੂੰ ਲਿਖ ਕੇ ਵੇਚ ਕੇ ਉਹਦਾ ਪੈਸਾ ਨਾ ਖਾਵੇ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖੇ ਤੇ ਫਿਰ ਵੇਚ ਕੇ ਉਹਦਾ ਪੈਸਾ ਖਾਵੇ, ਕਹਿੰਦੇ ਉਹ ਮੇਰਾ ਸਿੱਖ ਨਹੀਂ ਹੈ। ਗੁਰਬਾਣੀ ਲਿਖ ਕੇ ਸਿੰਘ ਪੁਰਾਣੇ ਸਮੇਂ 'ਚ ਪੋਥੀਆਂ ਵੰਡਿਆ ਕਰਦੇ ਸਨ, ਹੁਣ ਤਾਂ ਚਲੋ ਪ੍ਰੈਸਾਂ ਆ ਗਈਆਂ। ਮਹਾਰਾਜ ਜੀ ਕਹਿੰਦੇ ਮੇਰਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖ ਕੇ ਵੇਚ ਕੇ ਉਸ ਵੇਚੇ ਹੋਏ ਦਾ ਜਿਹੜਾ ਪੈਸਾ ਹੈ ਉਹ ਨਾ ਖਾਵੇ। ਲਿਖ ਖਾਵੇ ਝੂਠਾ ਚੁਗਲ ਸੋ ਮੇਰਾ ਨਹੀਂ ਦਾਸ। ਜਿਹੜਾ ਮਹਾਰਾਜ ਜੀ ਦੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖ ਕੇ ਵੇਚ ਕੇ ਉਹਦਾ ਪੈਸਾ ਖਾਂਦਾ ਹੈ, ਮਹਾਰਾਜ ਜੀ ਕਹਿੰਦੇ ਉਹ ਮੇਰਾ ਸਿੱਖ ਨਹੀਂ ਹੈ, ਉਹ ਝੂਠਾ ਹੈ, ਚੁਗਲ ਹੈ, ਉਹ ਮੇਰਾ ਦਾਸ ਨਹੀਂ ਹੈ। ਜੋ ਲੈ ਪੂਜਾ ਦਰਬ ਕੋ ਦੇਗ ਦੇ ਮਟ ਖਾਈ। ਜਿਹੜਾ ਸਿੱਖ ਗੁਰੂ ਘਰ ਵਿੱਚ ਸੇਵਾ ਕਰਦਾ, ਪੂਜਾ ਦਾ ਧਾਨ ਖਾਣਾ ਉਹਦੀ ਮਜਬੂਰੀ ਹੈ, ਪਰ ਉਹ ਵੀ ਪੂਜਾ ਦਾ ਧਾਨ ਜਿਹੜਾ ਹੈ ਉਹ ਵੰਡ ਕੇ ਛਕਣ ਦੀ ਬਿਰਤੀ ਰੱਖੇ। ਕਰੇ ਨ ਮਨ ਮਹਿ ਲੋਭ ਕੋ ਕਰੈ ਜੋ ਲਹ ਸਜਾਏ। ਲੋਭ ਨਾ ਰੱਖੇ ਹਿਰਦੇ 'ਚ, ਲਾਲਚ ਦੀ ਬਿਰਤੀ ਨਾ ਰੱਖੇ। ਖਾਲਸਾ ਸੋ ਜੋ ਲੈ ਨਾ ਦਾਨ। ਖਾਲਸਾ ਉਹ ਹੈ ਜਿਹੜਾ ਦਾਨ ਤੇ ਨਿਗਾਹ ਨਹੀਂ ਰੱਖਦਾ। ਹਿੰਦੂ ਤੁਰਕ ਕੀ ਰਖੇ ਨਾਨ। ਕਿਸੇ ਹਿੰਦੂ ਤੁਰਕ ਦੀ ਆਨ ਨਹੀਂ ਰੱਖਦਾ ਖਾਲਸਾ। ਦਿਜ ਪਤ ਗ੍ਰਹੀ ਸ਼ੁਭੈ ਨਾ ਅੰਗ। ਔਰ ਕਿਸੇ ਪ੍ਰਕਾਰ ਦੇ ਬ੍ਰਾਹਮਣ ਦੇ ਦਿੱਤੇ ਦਾਨ ਨੂੰ ਨਹੀਂ ਲੈਂਦਾ ਖਾਲਸਾ। ਸੋ ਮੇਰਾ ਹੋ ਤਿਸ ਕੇ ਸੰਗ। ਕਹਿੰਦੇ ਇਹੋ ਜਿਹਾ ਖਾਲਸਾ ਮੇਰਾ ਤੇ ਮੈਂ ਉਹਦੇ ਨਾਲ ਹਾਂ। ਦੋਹਰਾ ਸ਼ਾਸਤਰ ਤਾਰ ਕੇ ਖਾਈਏ ਇਹ ਸ਼ਤਰਨ ਕੀ ਰੀਤ। ਛਤਰੀ ਦੀ ਰੀਤ ਹੈ ਸ਼ਸਤਰ ਧਾਰੀ ਹੋ ਕੇ ਖਾਲਸੇ ਦੇ ਤੇਗ ਦੇ ਨਾਲ ਰਾਜ ਕਰਕੇ ਖਾਣਾ। ਹਾਂਜੀ। ਦਿਜ ਸੰਤੋਖੀ ਦਾਨ ਭਲ ਖਾਵੇ ਭਜੈ ਸੁਮੀਤ। ਕੋਈ ਬ੍ਰਾਹਮਣ ਸੰਤੋਖੀ ਹੈ, ਉਹ ਸੰਤੋਖ ਦੇ ਨਾਲ ਦਾਨ ਲੈ ਕੇ ਆਪਣੇ ਜੀਵਨ ਦਾ ਨਿਰਵਾਹ ਕਰਦਾ ਤਾਂ ਉਹ ਵੀ ਭਲਾ ਹੈ। ਭੇਖ ਨ ਪਿਆਰੋ ਮੋਹੇ ਕੋ ਵਰਨ ਨਹੀਂ ਪ੍ਰੇ ਕਾਹੇ। ਮਹਾਰਾਜ ਜੀ ਕਹਿੰਦੇ ਮੈਨੂੰ ਭੇਖ ਨਹੀਂ ਪਿਆਰਾ, ਨਾ ਕੋਈ ਵਰਨ ਪਿਆਰਾ, ਮੈਨੂੰ ਤਾਂ ਮੇਰੇ ਸਿੱਖ ਦੀ ਰਹਿਤ ਪਿਆਰੀ ਹੈ। ਰਹਿਤ ਸੋ ਪਿਆਰੀ ਮੋਹੇ ਕੋ ਸਿਦਕ ਮਹਾ ਪ੍ਰੇ ਆਹੇ। ਮਹਾਰਾਜ ਜੀ ਕਹਿੰਦੇ ਮੇਰੇ ਸਿੱਖ ਦੀ ਰਹਿਤ ਮੈਨੂੰ ਪਿਆਰੀ ਪਹਿਲਾਂ ਹੈ, ਬਾਅਦ ਵਿੱਚ ਸਿੱਖ ਪਿਆਰਾ ਹੈ। ਰਹਿਣੀ ਸਤਿਗੁਰ ਸਿੱਖ ਕੀ ਕਹੀਂ ਜੋ ਹਿਤ ਚਿਤ ਲਾਏ। ਇੱਕ ਮਹਾਰਾਜ ਜੀ ਨੇ ਸਿੱਖ ਦੀ ਰਹਿਣੀ ਦੱਸੀ ਹੈ, ਹਿਤ ਚਿਤ ਲਾ ਕੇ। ਪੜ੍ਹੇ ਸੁਣੈ ਭਗਤੀ ਲਹੈ ਮੁਕਤ ਗੁਰੂ ਕਰ ਜਾਏ। ਜਿਹੜਾ ਇਸ ਰਹਿਤ ਨੂੰ ਪੜ੍ਹਦਾ ਸੁਣਦਾ ਉਹ ਮੁਕਤ ਹੋ ਜਾਏਗਾ। ਮਹਾਰਾਜ ਜੀ ਕਹਿੰਦੇ ਮੇਰੇ ਨਿਜ ਘਰ ਵਿੱਚ ਆ ਕੇ ਤਿਸ ਦਾ ਨਿਵਾਸ ਹੋਵੇਗਾ। ਸਤਿਗੁਰੂ ਜੀ ਕਿਰਪਾ ਕਰਨ ਗਾਵੇ ਸੁਣਿਆ ਥਾਂ ਪਾਵੇ। ਪ੍ਰਸੰਗ ਲਮੇਰਾ ਹੋਣ ਕਰਕੇ 5 ਮਿੰਟ ਉੱਪਰ ਲੱਗ ਗਏ ਨੇ। ਦਾਸ ਖੇਮਾ ਦਾ ਜਾਚਕ ਹੈ। ਵਾਹਿਗੁਰੂ 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 ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਏ ਅਚੁੱਤ
ਹੈ ਪਾਰ ਬ੍ਰਹਮ। ਅਬਨਾਸੀ ਅਬਨਾਸ ਹੈ ਪੂਰਨ ਹੈ ਸਰਬ ਮੈਂ। ਦੁਖ ਭੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ। ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ। ਜਾ ਕੈ ਸਦਾ ਬਬੇਕ ਹੈ ਅਪਰੰਪਰ ਹਰ ਹਰੇ। ਇਹ ਪੀ ਹੋਵਨਹਾਰ ਹੈ ਸੰਤਹ ਕੈ ਸਦਾ ਸੰਗ। ਤਾਰਾਇਆਦਾਰ ਹੈ ਠਾਕੁਰ ਹਉ ਦਾਸਰੋ। ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਨਾਮ ਦਾਨ। ਰਾਖੋ ਹੀ ਗਾ ਪਰੋਏ ਆਏ ਪ੍ਰਭ ਸ਼ਰਣਾਗਤੀ। ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ। ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ। ਚੜ੍ਹ ਸੁਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ। ਗੁਰ ਪਾਰੇ ਉਤਾਰਨਹਾਰ ਵਾਹਿਗੁਰੂ ਨਾਮ ਜਹਾਜ ਹੈ। ਚੜ੍ਹ ਸੁਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ। ਗੁਰ ਪਾਰੇ ਉਤਾਰਨਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ। ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ। ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ। ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ। ਕਿਆ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੈ ਸਦਾ ਸਿਫ ਸਲਾਹ ਤੇਰੀ। ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ। ਕਿਆ ਨਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਘਰ ਧਾਰਿਆ ਪੰਜ ਦੋ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ। ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਿਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ ਸਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ। ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ। ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੇ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੇ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।